ਆਵਾਜ਼ ਪੰਜਾਬ ਦੇਖ ਰਹੇ ਹੋ ਜੀ ਤੁਸੀਂ। ਜਿਹੜੀ ਘੜੀ ਦਾ ਇੰਤਜ਼ਾਰ ਸਾਰੇ ਪੰਜਾਬ ਨੂੰ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਦੇ ਪਹਿਲੇ ਦਿਨ ਤੋਂ ਹੀ ਸੀਗਾ, ਉਹ ਦਿਨ ਆਖਰਕਾਰ ਆ ਗਿਆ। ਅੱਜ ਸਰਕਾਰ ਬਣੀ ਨੂੰ ਪੂਰਾ ਮਹੀਨਾ ਹੋ ਗਿਆ, ਯਾਨੀ ਕਿ ਅੱਜ 16 ਅਪ੍ਰੈਲ ਹੈ। ਤੇ 16 ਅਪ੍ਰੈਲ ਦੀ ਸਵੇਰ ਨੂੰ ਹੀ ਤੜਕੇ ਹੀ ਭਗਵੰਤ ਸਿੰਘ ਮਾਨ ਉਹਨਾਂ ਨੇ, ਪੰਜਾਬ ਦੇ ਸੀਐਮ ਨੇ ਐਲਾਨ ਕਰ ਦਿੱਤਾ ਹੈ ਕਿ ਪੰਜਾਬ ਦੇ ਵਿੱਚ ਹੁਣ 300 ਯੂਨਿਟ ਬਿਜਲੀ ਹੈ ਜਿਹੜੀ ਉਹ ਫ੍ਰੀ ਮਿਲਣੀ ਸ਼ੁਰੂ ਹੋ ਜਾਏਗੀ 1 ਜੁਲਾਈ ਤੋਂ। ਸੋ ਪਹਿਲਾਂ ਤਾਂ ਬਹੁਤ ਵਧਾਈਆਂ ਸਾਰਿਆਂ ਨੂੰ ਜਿਨ੍ਹਾਂ ਨੂੰ ਵੀ ਬਿਜਲੀ ਮਿਲਣੀ ਹੈ ਫ੍ਰੀ। ਹਜੇ ਇਹਦੇ 'ਤੇ ਟਰਮਸ ਐਂਡ ਕੰਡੀਸ਼ਨਸ ਕੀ ਨੇ ਇਹ ਇਹਨਾਂ ਨੇ ਦੱਸਿਆ ਨਹੀਂ ਹੈ, ਅਤੇ ਇਹੀ ਮੁੱਦਾ ਚੱਕਿਆ ਹੈ ਜਿਹੜੇ ਵਿਰੋਧੀ ਧਿਰ ਵੱਲੋਂ ਨੇ, ਅਮਰਿੰਦਰ ਸਿੰਘ ਰਾਜਾ ਵੜਿੰਗ ਉਹਨਾਂ ਨੇ ਕਾਂਗਰਸ ਦੇ ਪ੍ਰਧਾਨ ਨੇ। ਅਤੇ ਇਹਨਾਂ ਨੇ ਮੁੱਦਾ ਚੱਕਿਆ, ਕਹਿੰਦੇ ਜੀ ਵੀ PSPCL ਨੂੰ ਵੀ ਕਹਿੰਦੇ ਬੜੀਆਂ ਕਹਿੰਦੇ ਸ਼ੁਭਕਾਮਨਾਵਾਂ ਨੇ ਮੇਰੀਆਂ, ਜਿਨ੍ਹਾਂ ਨੂੰ ਹੁਣ ਸਰਵਾਈਵ ਕਰਨਾ ਪੈਣਾ, ਜਿਨ੍ਹਾਂ ਨੂੰ ਹੁਣ ਬਚਣ ਦੀ ਲੋੜ ਹੈ, ਕਿਉਂਕਿ ਉਹ ਪਹਿਲਾਂ ਹੀ ਵਿੱਤੀ ਸੰਕਟ ਅਤੇ ਜਿਹੜੇ ਕੋਲਾ ਸੰਕਟ ਦੇ ਵਿੱਚ ਘਿਰੀ ਹੋਈ ਹੈ। ਦੂਜੇ ਪਾਸੇ ਸੁਖਪਾਲ ਸਿੰਘ ਖਹਿਰਾ ਉਹਨਾਂ ਦਾ ਕਹਿਣਾ ਜੀ ਕਿ ਕਹਿੰਦੇ ਇਹਦੇ ਵਿੱਚ ਵੀ ਇਹ ਕਲੀਅਰ ਕਰਨਾ ਪੈਣਾ ਕਿ ਹੁਣ 1 ਯੂਨਿਟ ਦੇ ਵਿੱਚ ਪਿਛਲੀ 300 ਦਾ ਵੀ ਲੱਗ ਕੇ ਆਉਣਾ ਬਿੱਲ ਜਾਂ ਇਕੱਲਾ 1 ਯੂਨਿਟ ਦਾ ਬਿੱਲ ਆਉਣਾ। ਦੂਜੇ ਪਾਸੇ ਉਹਨਾਂ ਨੇ ਕਿਹਾ ਕਿ 1 ਤਰੀਕ ਤੱਕ ਦਾ ਅਸੀਂ ਵੇਟ ਕਿਉਂ ਕਰੀਏ, ਅਤੇ ਤੀਜੇ ਪਾਸੇ ਨਾਲ ਹੀ ਉਹਨਾਂ ਨੇ ਗੱਲ ਕਰੀ ਹੈ ਕਿ ਪਹਿਲਾਂ ਹੀ ਜਿਹੜੇ ਟਿਊਬਵੈੱਲ ਵਾਲਿਆਂ ਨੂੰ ਹੁਣ ਜਿਹੜੀ ਬਿਜਲੀ ਫ੍ਰੀ ਮਿਲ ਰਹੀ ਹੈ ਕਿ ਉਹਨਾਂ ਨੂੰ ਉਹ ਮਿਲਣੀ ਬੰਦ ਹੋ ਜਾਏਗੀ, ਉਹਨਾਂ ਨੂੰ ਇਹ ਬਿਜਲੀ ਵੀ ਨਾਲ ਲੱਗ ਕੇ ਮਿਲੇਗੀ, ਜਾਂ ਉਹਨਾਂ ਨੇ ਕਲੈਰੀਫਿਕੇਸ਼ਨ ਮੰਗੀ ਹੈ ਕਿ ਇਹਨੂੰ ਕਲੀਅਰ ਕਰਕੇ ਦੱਸਿਆ ਜਾਵੇ, ਜੋ ਕਿ ਮੇਰੇ ਖਿਆਲ 'ਤੇ 1 ਜੁਲਾਈ ਤੱਕ ਜਿਹੜੀ ਹੁਣ ਨੋਟੀਫਿਕੇਸ਼ਨ ਹੈ ਉਹ ਵੀ ਨਿਕਲ ਆਏਗੀ, ਅਤੇ ਉਹਦੇ ਵਿੱਚ ਸਾਰੀਆਂ ਇਹਦੇ ਟਰਮਸ ਐਂਡ ਕੰਡੀਸ਼ਨ ਜਿਹੜੀਆਂ ਸਾਫ਼ ਹੋ ਜਾਣਗੀਆਂ। ਇਸ ਪੂਰੇ ਮੁੱਦੇ ਦੇ ਉੱਤੇ ਗੱਲਬਾਤ ਕਰਨ ਲਈ ਸਾਡੇ ਨਾਲ ਜੁੜੇ ਨੇ ਮੁੱਖ ਸੰਪਾਦਕ ਸਰਦਾਰ ਕੁਲਵੰਤ ਸਿੰਘ ਜੀ। ਕੁਲਵੰਤ ਸਿੰਘ ਜੀ, ਬਹੁਤ ਬਹੁਤ ਸਵਾਗਤ ਹੈ ਜੀ। ਬਹੁਤ ਧੰਨਵਾਦ ਬੁਨੀ। ਕੁਲਵੰਤ ਜੀ, ਕੀ ਮਾਮਲਾ ਇਹ ਪੂਰਾ ਜਿਹੜਾ ਹੁਣ ਵਿਰੋਧੀ ਧਿਰਾਂ ਨੇ ਸਵਾਲ ਚੁੱਕਣੇ ਸ਼ੁਰੂ ਕਰ ਦਿੱਤੇ? ਉਹ ਕਹਿੰਦੇ ਵੀ ਇਹਨਾਂ ਦੱਸੋ ਵੀ ਤੁਸੀਂ ਕਰਨਾ ਕਿਵੇਂ ਹੈ। ਪਹਿਲਾਂ ਕਹਿੰਦੇ ਸੀ ਵੀ ਕਰ ਨਹੀਂ ਸਕਦੇ, ਅਤੇ ਹੁਣ ਜਦੋਂ ਅਗਲਿਆਂ ਨੇ ਕਰਤਾ ਹੁਣ ਕਹਿੰਦੇ ਤੁਸੀਂ ਕਰੋਗੇ ਕਿਵੇਂ, ਅਤੇ ਅੱਗੋਂ ਕਲੈਰੀਫਾਈ ਕਰੋ। ਜਦੋਂ ਹੁਣ ਕਲੈਰੀਫਾਈ ਕਰ ਦੇਣਗੇ ਫਿਰ ਦੇਖੋ, ਮੈਂ ਇਹਦੇ 'ਚ ਅਕਸਰ ਗੱਲ ਕਰਦਾ ਹੁੰਦਾ ਕਿ ਜਿਹੜਾ ਵਿਰੋਧੀ ਧਿਰਾਂ ਦਾ ਕੰਮ ਤਾਂ ਹੁੰਦਾ ਵੀ ਵਿਰੋਧ ਕਰਨਾ, ਪਰ ਇਹ ਨਹੀਂ ਹੈ ਵੀ ਹਰ ਗੱਲ ਦੇ ਵਿੱਚ ਹੀ ਵਿਰੋਧ ਕਰੀ ਜਾਣਾ। ਉਹ ਹੁਣ ਆਪਾਂ ਜੇ ਇਹਦੇ 'ਤੇ ਵਿਸਥਾਰ ਵੱਲ ਜਾਈਏ ਥੋੜ੍ਹਾ ਜਿਹਾ, ਤਾਂ ਮੇਰੇ ਕੋਲ ਕੁਝ ਅੰਕੜੇ ਹੈਗੇ ਨੇ। ਇਹਦੇ 'ਚ 29 ਜੂਨ 2021 ਨੂੰ ਆਪ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਪੰਜਾਬ ਦੇ ਲੋਕਾਂ ਨੂੰ ਗਰੰਟੀ ਦਿੱਤੀ ਸੀ ਕਿ ਉਹ 300 ਯੂਨਿਟ ਬਿਜਲੀ ਮੁਫਤ ਦਿਆਂਗੇ ਪੰਜਾਬ ਦੇ ਲੋਕਾਂ ਨੂੰ, ਬਿਨਾਂ ਕਿਸੇ ਭੇਦਭਾਵ ਦੇ। ਅਤੇ ਉਸ ਤੋਂ ਬਾਅਦ ਭਗਵੰਤ ਮਾਨ ਹੋਣਾ ਨੇ ਲੰਘੇ ਦਿਨੀ ਜਲੰਧਰ ਦੇ ਵਿੱਚ ਇਹ ਐਲਾਨ ਕੀਤਾ ਸੀ ਕਿ 16 ਅਪ੍ਰੈਲ ਨੂੰ ਪੰਜਾਬ ਦੇ ਲੋਕਾਂ ਨੂੰ ਵੱਡੀ ਖੁਸ਼ਖਬਰੀ ਦੇਣ ਜਾ ਰਹੇ ਨੇ। ਯਾਨੀ 16 ਅਪ੍ਰੈਲ ਯਾਨੀ ਅੱਜ, ਯਾਨੀ ਕਿ ਜਦੋਂ ਸਰਕਾਰ ਆਮ ਆਦਮੀ ਪਾਰਟੀ ਦੀ ਪਹਿਲੀ ਸਰਕਾਰ ਪੰਜਾਬ ਦੇ ਵਿੱਚ ਬਣੀ ਜਿਹੜੀ ਆ, ਉਹਦਾ ਪਹਿਲਾ ਮਹੀਨਾ ਪੂਰਾ ਹੋਣ ਜਾ ਰਿਹਾ, ਉਦੋਂ ਉਹ ਇਸ ਚੀਜ਼ ਦਾ ਐਲਾਨ ਕਰਨ ਜਾ ਰਹੇ ਨੇ। ਐਲਾਨ ਵੀ ਹੋ ਗਿਆ ਅੱਜ ਅਖਬਾਰਾਂ ਦੇ ਵਿੱਚ, ਸਾਰਿਆਂ ਦੇ ਵਿੱਚ ਜਿਹੜਾ ਉਹ ਮੀਡੀਆ ਦੇ ਵਿੱਚ ਇਹਦੀਆਂ ਜਿਹੜੀ ਇਸ਼ਤਿਹਾਰ ਵੀ ਲੱਗ ਗਏ ਨੇ ਵੀ 1 ਜੁਲਾਈ ਤੋਂ 300 ਯੂਨਿਟ ਮੁਫਤ ਬਿਜਲੀ ਦਿੱਤੀ ਜਾਏਗੀ। ਪਰ ਸਵਾਲ ਨਾਲ ਇਹ ਖੜੇ ਹੋ ਗਏ ਨੇ ਕਿ ਕਿਹਨਾਂ ਨੂੰ ਅਤੇ ਕੀ ਫਾਰਮੂਲਾ ਹੋਏਗਾ ਇਹਦਾ। ਅਤੇ ਇਹਦੇ ਵਿੱਚ ਮਤਲਬ ਹੁਣ ਭੰਬਲ ਭੂਸਾ ਬਣਿਆ ਹੋਇਆ, ਅਤੇ ਇਹ 300 ਯੂਨਿਟ ਬਿਜਲੀ ਜਿਹੜੀ ਮੁਆਫੀ ਹੈ, ਇਹਦੇ ਕਿਹੜੇ ਖਪਤਕਾਰਾਂ ਨੂੰ ਇਹਦਾ ਫਾਇਦਾ ਹੋਏਗਾ, ਇਸ ਟਾਈਮ ਜਿਹੜੀ ਇਹ ਚਰਚਾ ਇਹਦੀ ਛਿੜੀ ਹੋਈ ਹੈ। ਅਤੇ ਪਰ ਜਿਹੜੀਆਂ ਚੀਜ਼ਾਂ ਜਿਹੜੀਆਂ ਨਿਕਲ ਕੇ ਸਾਹਮਣੇ ਆ ਰਹੀਆਂ ਨੇ, ਉਹਦੇ ਵਿੱਚ ਇਹ ਹੈ ਕਿ ਇਹਦੇ 'ਚ ਸ਼ਾਇਦ ਸਰਕਾਰ 3 ਫਾਰਮੂਲੇ ਤਿਆਰ ਕਰਨ ਦੇ ਵਿੱਚ ਉਹਦਾ ਵਿਚਾਰ ਕਰ ਰਹੀ ਹੈ। 3 ਫਾਰਮੂਲੇ। ਉਹਦੇ ਵਿੱਚ ਪਹਿਲਾ ਫਾਰਮੂਲਾ ਤਾਂ ਇਹ ਹੋ ਸਕਦਾ ਵੀ ਉਹਦੇ ਵਿੱਚ ਸਾਰਿਆਂ ਨੂੰ ਹੀ ਮੁਫਤ ਬਿਜਲੀ ਦਿੱਤੀ ਜਾਵੇ 300 ਯੂਨਿਟ। ਉਹਦੇ ਲਈ 7500 ਕਰੋੜ ਰੁਪਈਏ ਦਾ ਜਿਹੜਾ ਉਹ ਬੋਝ ਪੈਂਦਾ ਸਰਕਾਰ ਦੇ ਉੱਤੇ। ਅਤੇ ਦੂਜੇ ਫਾਰਮੂਲੇ ਦੇ ਵਿੱਚ ਜਿਹੜਾ ਹੈਗਾ ਕਿ ਉਹ ਸਿਰਫ ਉਹਨਾਂ ਖਪਤਕਾਰਾਂ ਨੂੰ ਬਿਜਲੀ ਜਿਹੜੀ 300 ਯੂਨਿਟ ਮੁਫਤ ਦਿੱਤੇ ਜਾਣ ਜਿਨ੍ਹਾਂ ਨੂੰ ਜਿਹੜੀ 300 ਯੂਨਿਟ ਤੱਕ ਹੀ ਜਿਨ੍ਹਾਂ ਦੀ ਖਪਤ ਹੋਏਗੀ। ਅਤੇ ਤੀਜਾ ਜਿਹੜਾ ਇਸ ਨਾਲ ਜਿਹੜਾ ਹੈਗਾ ਇਹ 61.56 ਲੱਖ ਜਿਹੜੀ ਆ ਉਹ ਖਪਤਕਾਰ ਹੋਣਗੇ ਜਿਨ੍ਹਾਂ ਨੂੰ ਇਹਦਾ ਲਾਭ ਮਿਲੇਗਾ, ਜਦ ਕਿ ਦੂਜੇ ਜਿਹੜੇ ਸੀਗੇ ਉਹਨਾਂ ਨੂੰ 73 ਕੁਛ ਲੱਖ ਜਿਹੜੇ ਨੇ ਉਹ ਖਪਤਕਾਰ ਹੈਗੇ ਨੇ ਕੁੱਲ। ਅਤੇ ਹੁਣ ਇਹਦੇ ਵਿੱਚੋਂ ਜੇਕਰ ਦੂਜੇ ਵਾਲੇ 'ਚ ਕਰਦੇ ਹਾਂ ਆਪਾਂ, ਜਿਨ੍ਹਾਂ ਦੇ 300 ਯੂਨਿਟ ਹੀ ਹੈਗੇ ਨੇ, ਉਸ ਤੋਂ ਉੱਪਰ ਵਾਲਿਆਂ ਨੂੰ ਤਾਂ ਜਿਹੜੀ ਮਾਫ ਨਹੀਂ ਹੋਏਗੀ। ਅਤੇ ਜੇ 300 ਯੂਨਿਟ ਵਾਲੇ ਵੀ ਗਿਣਦੇ ਹਾਂ ਤਾਂ ਉਹ 61 ਜਿਹੜੇ ਉਹਦੇ ਵਿੱਚ 65 ਲੱਖ ਜਿਹੜੀ ਆ ਉਹ ਖਪਤਕਾਰ ਬਣਦੇ ਨੇ। ਹੁਣ ਇਹਦੇ ਨਾਲ ਜਿਹੜਾ ਉਹ ਜਿਹੜੇ ਮਤਲਬ 11.45 ਲੱਖ ਖਪਤਕਾਰ ਜਿਹੜੇ ਨੇ ਉਸ ਚੀਜ਼ ਤੋਂ ਬਾਹਰ ਹੋ ਜਾਣਗੇ। ਅਤੇ ਤੀਜਾ ਨੁਕਤਾ ਹੈਗਾ ਜਿਹੜਾ 300 ਯੂਨਿਟ ਬਿਜਲੀ ਮਾਫੀ ਲਈ ਜਿਹੜਾ ਉਹ ਲੋਡ ਦੀ ਸ਼ਰਤ ਰੱਖ ਲਿੱਤੀ ਜਾਵੇ, ਯਾਨੀ ਕਿ 2 ਕਿਲੋਵਾਟ ਦਾ ਲੋਡ ਜਿਹਦਾ ਹੋਏਗਾ ਉਹਨਾਂ ਨੂੰ ਅਸੀਂ ਬਿਜਲੀ ਮੁਫਤ ਦਿਆਂਗੇ।
ਜਾਂ 3 ਕਿਲੋਵਾਟ ਦਾ, ਜਾਂ ਜੋ ਵੀ ਇਹਨਾਂ ਦਾ ਇੱਕ ਫਾਰਮੂਲਾ ਤਿਆਰ ਕੀਤਾ ਜਾਏਗਾ। ਯਾਨੀ 3 ਫਾਰਮੂਲਿਆਂ ਦੇ ਤਹਿਤ ਜਿਹੜੀ ਆ ਉਹ ਬਿਜਲੀ ਮੁਫਤ ਦੇ ਜਿਹੜਾ ਉਹ ਇੱਕ ਫਾਰਮੂਲਾ ਜਿਹੜਾ ਉਹ ਤਿਆਰ ਹੋ ਸਕਦਾ। ਹੁਣ ਦੂਜੇ ਪਾਸੇ ਪਹਿਲੀ ਗੱਲ ਤਾਂ ਉਹਨਾਂ ਸਾਰਿਆਂ ਦੇ ਮੂੰਹ ਦੇ ਉੱਤੇ ਸਿਆਸੀ ਚਪੇੜ ਵੱਜ ਗਈ ਹੈ। ਸਿਆਸੀ ਚਪੇੜ, ਜਿਹੜੇ ਕਹਿੰਦੇ ਸੀ ਵੀ ਇਹ ਤਾਂ ਹੋ ਹੀ ਨਹੀਂ ਸਕਦਾ, ਇਹ ਤਾਂ ਕਰ ਹੀ ਨਹੀਂ ਸਕਦੇ ਬਿਜਲੀ ਮੁਫਤ, ਇਹਨਾਂ ਦਾ ਭਾਂਡੇ ਵਿਕ ਜਾਣਗੇ, ਜ਼ਹਿਰ ਖਾਣ ਨੂੰ ਵੀ ਜਿਹੜੀ ਇਹਨਾਂ ਕੋਲੇ ਪੈਸਾ ਨਹੀਂ ਹੈਗਾ, ਜਾਂ ਹੋਰ ਵੀ ਬਹੁਤ ਸਾਰੇ ਲੋਕਾਂ ਨੇ ਇਹ ਗੱਲਾਂ ਕਹੀਆਂ ਸੀ। ਉਹਨਾਂ ਨੂੰ ਸਿਆਸੀ ਜੇ ਤੌਰ ਦੇ ਉੱਤੇ ਜਿਹੜਾ ਬੜਾ ਜ਼ਬਰਦਸਤ ਜਵਾਬ ਮਿਲ ਗਿਆ। ਦੂਜੇ ਨੰਬਰ ਦੇ ਉੱਤੇ ਇਹਨਾਂ ਨੇ ਆਪਣਾ ਜਿਹੜਾ ਵਾਅਦਾ, ਜਿਹੜਾ ਪਹਿਲਾ ਵਾਅਦਾ, ਪਹਿਲੀ ਗਰੰਟੀ ਜਿਹੜੀ ਸੀ ਦਿੱਤੀ ਸੀ, ਉਹ ਪੂਰੀ ਕੀਤੀ ਹੈ। ਅਤੇ ਉਹਦੇ ਨਾਲ ਜਿਹੜਾ ਹੁਣ ਇਹਨਾਂ ਦਾ ਅਗਲਾ ਰਾਹ ਜਿਹੜਾ ਪੱਧਰਾ ਹੋ ਗਿਆ, ਜਿਹਦੇ ਨਾਲ ਅੱਗੇ ਇਹ ਇਲੈਕਸ਼ਨ ਦੇ ਵਿੱਚ ਜੋ ਵਾਅਦੇ ਕਰਨਗੇ ਹੁਣ ਹੋਰਾਂ ਸਟੇਟਾਂ ਦੇ ਵਿੱਚ, ਅਤੇ ਉਹਦੇ ਵਿੱਚ ਵੀ ਲੋਕਾਂ ਨੂੰ ਇਹ ਸਾਬਤ ਕਰਨ ਜੋਗੇ ਹੋ ਜਾਣਗੇ ਵੀ ਅਸੀਂ ਦੇਖੋ ਜੀ ਜੋ ਵਾਅਦਾ ਕੀਤਾ ਸੀ ਆਉਣ ਸਾਰ ਅਸੀਂ ਪਹਿਲੀ ਵਾਰ ਦੇ ਵਿੱਚ ਹੀ ਪੂਰੇ ਕਰ ਦਿੱਤੇ। ਆਹ ਚੀਜ਼ਾਂ ਅਸੀਂ ਜਿਹੜੀਆਂ ਉਹਨਾਂ ਨੇ ਪੂਰੀਆਂ ਕੀਤੀਆਂ ਹੈਗੀਆਂ ਨੇ। ਅਤੇ ਤੀਜੇ ਨੰਬਰ ਦੇ ਉੱਤੇ ਜਿਹੜਾ ਪੰਜਾਬ ਦੇ ਵਿੱਚ ਮਤਲਬ ਕਿਉਂਕਿ ਇਹਨਾਂ ਨੇ ਇਹ ਵਾਅਦੇ ਪੂਰੇ ਕੀਤੇ ਨੇ, ਅਤੇ ਫਿਰ ਇਹਦੇ ਲਈ ਉਹਨਾਂ ਨੂੰ ਰੈਵਨਿਊ ਵੀ ਜਨਰੇਟ ਕਰਨਾ ਪਏਗਾ, ਪੈਸਾ ਵੀ ਜਿਹੜਾ ਉਹ ਲਿਆਉਣਾ ਪਏਗਾ। ਅਤੇ ਜਿਹੜਾ ਪੈਸਾ ਲਿਆਉਣਾ ਹੈਗਾ ਉਹਦੇ ਲਈ ਇਹਨਾਂ ਨੂੰ ਹੁਣ ਇਹ ਕਰਨਾ ਪਊਗਾ ਕਿ ਜਿਹੜੇ ਚੋਰ ਮੋਰੀਆਂ ਇਹਨਾਂ ਨੇ ਕਿਹਾ ਸੀ ਅਸੀਂ ਬੰਦ ਕਰਾਂਗੇ, ਜਿਹਦੇ 'ਚੋਂ ਪੈਸਾ ਲੀਕ ਹੋ ਰਿਹਾ, ਜਿਵੇਂ ਸ਼ਰਾਬ ਹੈ, ਸ਼ਰਾਬ ਨੂੰ ਮਤਲਬ ਇਹਨਾਂ ਨੇ ਕਿਹਾ ਸੀਗਾ ਵੀ ਉਹਦੇ 'ਚੋਂ 20,000 ਕੇ 35,000 ਕਰੋੜ ਰੁਪਏ ਦੀ ਕਮਿਸ਼ਨ ਜਾਂਦੀ ਹੈ, ਅਸੀਂ ਉਹ ਰੋਕਾਂਗੇ। 20,000 ਕਰੋੜ ਰੁਪਏ ਦਾ ਜਿਹੜਾ ਸੀਗਾ ਜੀ ਅਸੀਂ ਉਹ ਰੇਤ ਮਾਫੀ ਵਾਲਾ ਉਹ ਸਿਸਟਮ ਰੋਕਾਂਗੇ। ਅਤੇ ਉਹ ਚੀਜ਼ਾਂ ਜਿਹੜੀਆਂ ਦੋਨੋਂ ਇਹਨਾਂ ਨੂੰ ਉੱਧਰ ਵੀ ਹੁਣ ਕੰਮ ਕਰਨਾ ਪਏਗਾ, ਕਿਉਂਕਿ ਪੈਸਾ ਇਹਨਾਂ ਨੂੰ ਚਾਹੀਦਾ ਉਹਦੇ ਵਾਸਤੇ। ਹੁਣ ਇੱਕ ਤਾਂ ਇਹ ਹੋ ਗਿਆ ਬਿਜਲੀ ਮੁਫਤ ਵਾਲਾ। ਨੰਬਰ 2 ਦੇ ਉੱਤੇ ਜਿਹੜਾ ਇਹਨਾਂ ਨੂੰ 1,000 ਰੁਪਏ ਪਰ ਜਿਹੜੀ 18 ਸਾਲ ਤੋਂ ਉੱਪਰ ਦੀ ਜਿਹੜੀ ਫੀਮੇਲ ਹੋਏਗੀ, ਤਾਂ ਉਹ ਉਹਨਾਂ ਨੂੰ ਵੀ ਇਹਨਾਂ ਨੇ ਦੇਣਾ ਹੈਗਾ 1,000 ਰੁਪਏ। ਅਤੇ ਉਹਦੇ ਲਈ ਵੀ ਮੇਰੇ ਖਿਆਲ ਦੇ 12 ਤੋਂ 13,000 ਕਰੋੜ ਰੁਪਈਆ ਇਹਨਾਂ ਨੂੰ ਚਾਹੀਦਾ ਹੈਗਾ, ਅਤੇ ਉਹ ਵੀ ਜਿਹੜਾ ਇਹਨਾਂ ਨੂੰ ਮਤਲਬ ਪੈਸਾ ਚਾਹੀਦਾ। ਹੁਣ ਜੇ ਉਹ ਚੀਜ਼ਾਂ ਦੇ ਲਈ ਪੈਸਾ ਹੈ ਨਹੀਂ ਫਿਲਹਾਲ ਇਹਨਾਂ ਕੋਲੇ, ਹੁਣੇ ਇਹਨਾਂ ਨੇ ਸਰਕਾਰ ਸੰਭਾਲੀ ਹੈ, ਤਾਂ ਉਹ ਜਿਹੜੇ ਚੋਰ ਮੋਰੀਆਂ ਹੋਣਗੀਆਂ ਉਹ ਵੀ ਇਹਨਾਂ ਨੂੰ ਬੰਦ ਕਰਨੀਆਂ ਪੈਣਗੀਆਂ, ਤਾਂ ਜਾ ਕੇ ਕਿਤੇ ਜਿਹੜਾ ਇਹਨਾਂ ਨੂੰ ਉਹ ਪੈਸਾ ਇਹਨਾਂ ਕੋਲ ਆਏਗਾ। ਅਤੇ ਜੇ ਉਹ ਚੋਰ ਮੋਰੀਆਂ ਬੰਦ ਕਰ ਲੈਂਦੇ ਨੇ, ਇਹ ਸਾਰਾ ਕੁਝ ਕਰ ਲੈਂਦੇ, ਤਾਂ ਫਿਰ ਆਪਣੇ ਆਪ ਦੇ ਵਿੱਚ ਆਉਣ ਵਾਲੇ ਸਮੇਂ ਦੇ ਵਿੱਚ ਇੱਕ ਵੱਡੀ ਉਦਾਹਰਨ ਪੇਸ਼ ਕਰਨਗੇ ਇਹ। ਦੂਜੇ ਪਾਸੇ ਜਿਹੜੇ ਵੀ ਵਿਰੋਧੀ ਧਿਰ ਦੇ MLA ਜਾਂ ਜਿਹੜੇ ਮੰਤਰੀ ਨੇ ਉਹ ਇਹਨਾਂ 'ਤੇ ਇਲਜ਼ਾਮ ਲਗਾ ਰਹੇ ਨੇ, ਉਹਨਾਂ ਨੇ ਕਿਤੇ ਇਹ ਵੀ ਨਹੀਂ ਦੱਸਿਆ ਹੈਗਾ ਕਿ 300 ਯੂਨਿਟ ਦੇਖੋ, ਉਹਨਾਂ ਨੇ ਇਹ ਵੀ ਦੱਸਤਾ ਕਿ ਕਿੰਨਾ ਬੋਝ ਖਜ਼ਾਨੇ 'ਤੇ ਪੈਣਾ, ਉਹਨਾਂ ਨੇ ਇਹ ਵੀ ਦੱਸਤਾ ਕਿ ਬਿਜਲੀ ਕਿੱਥੋਂ ਆਉਣੀ ਹੈ, ਉਹਨਾਂ ਨੇ ਇਹ ਵੀ ਸਵਾਲ ਚੱਕਦੇ ਕਿ PSPC ਵਾਲਾ ਜਿਹੜਾ ਉਹਦਾ ਬੇੜਾ ਗਰਕ ਹੋ ਜਾਣਾ ਆਉਣ ਵਾਲੇ ਟਾਈਮ 'ਚ। ਉਹਨਾਂ ਨੇ ਕਿਤੇ ਵੀ ਇਹ ਨਹੀਂ ਕਿਹਾ ਕਿ ਸਾਡੇ ਘਰ ਨੂੰ ਵੀ ਨਾਲ ਹੀ ਇਹਦੇ ਮਿਲਣੀ ਹੈ 300 ਯੂਨਿਟ ਬਿਜਲੀ, ਅਤੇ ਅਸੀਂ ਇਹ ਬਿਜਲੀ ਛੱਡਦੇ ਹਾਂ ਜੀ, ਕਿਉਂਕਿ ਸਾਡੇ ਕੋਲ ਪਹਿਲਾਂ ਅਸੀਂ ਰੱਜੇ ਪੁੱਜੀਆਂ। ਕਿਸੇ ਵੀ ਇੰਡਸਟਰੀਅਲਿਸਟ ਦਾ, ਕਿਸੇ ਵੀ ਪ੍ਰਾਈਵੇਟ ਸਕੂਲਾਂ ਵਾਲਿਆਂ ਦਾ, ਕਿਸੇ ਦਾ ਵੀ ਇਹ ਬਿਆਨ ਨਹੀਂ ਆਇਆ ਵੱਡੇ ਲੋਕਾਂ ਦਾ ਕਿ ਦੇਖੋ ਠੀਕ ਹੈ ਸਰਕਾਰ ਭਾਵੇਂ ਸਾਰਿਆਂ ਨੂੰ ਦੇ ਦੇ, ਸਾਡੇ ਆਹ ਦੇਖੋ ਘਰ ਪੂਰੇ ਨੇ, ਅਸੀਂ 300 ਯੂਨਿਟ ਫ੍ਰੀ ਨਹੀਂ ਲੈਣੀ, ਅਸੀਂ ਲੋਕਾਂ ਦੇ ਵੱਲ ਸੋਚਦੇ ਹਾਂ। ਕਿੰਨੇ ਹੀ ਨੇਤਾ ਹੋਣੇ ਪੰਜਾਬ ਦੇ ਵਿੱਚ ਉੱਪਰੋਂ ਲੈ ਕੇ ਥੱਲੇ ਤੱਕ, ਕਹਿੰਦੇ ਕੈਡਰ ਬੜਾ ਤਗੜਾ ਹੁੰਦਾ ਜਿਹੜੀਆਂ ਪਾਰਟੀਆਂ ਨੇ ਉਹਨਾਂ ਦੀਆਂ, ਆਮ ਆਦਮੀ ਪਾਰਟੀ ਦੇ ਵਿੱਚ ਹੀ, ਅਤੇ ਨਾਲ ਹੀ ਜਿਹੜੀ ਕਾਂਗਰਸ ਹੈ, BJP ਹੈ, ਚਾਹੇ ਅਕਾਲੀ ਦਲ ਹੈ, ਕਿਸੇ ਲੀਡਰ ਨੇ ਨਹੀਂ ਕਿਹਾ ਕਿ ਸਾਨੂੰ 300 ਬਿਜਲੀ ਹੈ ਜਿਹੜੀ ਯੂਨਿਟ ਉਹਦੀ ਲੋੜ ਨਹੀਂ ਹੈਗੀ, ਅਤੇ ਤੁਸੀਂ ਇਹ ਲੋਕਾਂ ਦੇ ਕੰਮ ਦੇ ਵਿੱਚ। ਬਿਲਕੁਲ ਇਹ ਵੱਡੀ ਗੱਲ ਹੈ ਕਿ ਜਿਹੜੇ ਲੋਕ ਪੂਰੇ ਖਾਂਦੇ ਪੀਂਦੇ ਹੈਗੇ ਨੇ, ਜਿਨ੍ਹਾਂ ਕੋਲ ਚੰਗਾ ਪੈਸਾ ਹੈਗਾ, ਲੰਘੇ ਸਮੇਂ ਦੇ ਦੌਰਾਨ ਤੁਸੀਂ ਦੇਖਿਆ ਹੋਵੇਗਾ ਕਿ ਜਦੋਂ ਪੰਜਾਬ ਦੇ ਕਿਸਾਨਾਂ ਨੂੰ ਬਿਜਲੀ ਮੁਫਤ ਮਿਲੀ ਸੀ, ਤਾਂ ਉਦੋਂ ਅਜਿਹੇ ਕਿਸਾਨ ਵੀ ਸੀਗੇ ਜਿਨ੍ਹਾਂ ਨੂੰ ਬਿਜਲੀ ਮੁਫਤ ਦਾ ਫਾਇਦਾ ਲੈਂਦੇ ਰਹੇ, ਜਿਨ੍ਹਾਂ ਕੋਲੇ ਸੈਂਕੜੇ ਏਕੜ ਜ਼ਮੀਨ ਸੀਗੀ, ਅਤੇ ਉਦੋਂ ਵੀ ਰੌਲਾ ਪਿਆ ਸੀਗਾ ਵੀ ਇਹਨਾਂ ਨੂੰ ਮੁਫਤ ਬਿਜਲੀ ਦੇਣ ਦਾ ਫਾਇਦਾ, ਇਹ ਤਾਂ ਜਿਹੜਾ ਮਤਲਬ ਸਰਕਾਰੀ ਖਜ਼ਾਨੇ ਦੀ ਲੁੱਟ ਹੋ ਰਹੀ ਹੈ। ਅਤੇ ਇਹੋ ਗੱਲ ਜਿਹੜੀ ਆ ਉਹ ਜਿਹੜੇ ਸਿਲੰਡਰਾਂ ਦੇ ਉੱਤੇ ਸਬਸਿਡੀ ਦੇਣ ਦੇ ਵੇਲੇ ਵੀ ਹੋਇਆ ਸੀਗਾ ਵੀ ਜਿਹੜੇ ਲੋਕ ਸਿਲੰਡਰਾਂ ਦੇ ਉੱਤੇ ਜਿਹੜੇ ਤਕੜੇ ਘਰਾਂ ਦੇ ਵਿੱਚੋਂ ਨੇ, ਕਰੋੜਾਂ ਅਰਬਾਂ ਰੁਪਏ ਦੀ ਸੰਪੱਤੀ ਵਾਲੇ ਨੇ, ਤਾਂ ਉਹਨਾਂ ਨੂੰ ਕੀ ਲੋੜ ਆ ਵੀ ਇਹ ਚੀਜ਼ਾਂ ਦੇਣ ਦੀ, ਇਹ ਸਬਸਿਡੀਆਂ ਦੇਣ ਦੀ। ਇਸੇ ਤਰ੍ਹਾਂ ਜਿਹੜਾ ਰਾਖਵਾਂਕਰਨ ਦੇ ਵਿੱਚ ਵੀ ਰੌਲਾ ਪਿਆ ਵੀ ਜਿਹੜੇ SC BC ਵਾਲੇ ਜਾਂ ਦਲਿਤ ਵਰਗ ਦੇ ਜਿਹੜੇ ਲੋਕ ਨੇ, ਉਹ ਆਪਣੇ ਆਪ ਦੇ ਵਿੱਚ ਬਹੁਤ ਅਮੀਰ ਨੇ, ਬਹੁਤ ਉੱਚੇ ਅਹੁਦਿਆਂ ਦੇ ਉੱਤੇ ਬੈਠੇ ਨੇ, ਉਹਨਾਂ ਨੂੰ ਜਿਹੜਾ ਰਾਖਵਾਂਕਰਨ ਦਾ ਲਾਭ ਕੀ। ਇਹ ਰੌਲੇ ਪੈਂਦੇ ਰਹੇ ਨੇ, ਇਹ ਇਕੱਲੀ ਇਸੇ ਵਾਰ ਦੇ ਵਿੱਚ ਨਹੀਂ, ਅਤੇ ਇਹ ਹਰ ਵਾਰ ਜਿਹੜਾ ਰੌਲਾ ਪੈਂਦਾ, ਅਤੇ ਇਹਦੇ ਜਿਹੜਾ ਦੂਜਾ ਦੂਰ ਬੈਠਾ ਜਿਹੜਾ ਇਹਦੇ 'ਤੇ ਨਿਗਾਹ ਰੱਖ ਰਿਹਾ ਹੁੰਦਾ ਬੰਦਾ, ਉਹਦੇ ਮਨ 'ਚ ਜ਼ਰੂਰ ਸਵਾਲ ਆਉਂਦਾ ਕਿ ਇਹ ਵਾਕਈ ਸਹੀ ਗੱਲ ਹੈ, ਇਹਦੇ 'ਤੇ ਕਿਉਂ ਨਹੀਂ ਇਸ ਚੀਜ਼ ਦੇ ਉੱਤੇ ਆਵਾਜ਼, ਚੁੱਪ ਕਿਉਂ ਫੱਟ ਲੈਂਦੇ ਨੇ ਕਿ ਅੰਦਰ ਕਿਤੇ ਬੇਈਮਾਨੀ ਛੁਪੀ ਹੋਈ ਹੈ। ਜੇ ਬੇਈਮਾਨੀ ਛੁਪੀ ਹੋਈ ਹੈ ਤਾਂ ਫਿਰ ਸਰਕਾਰਾਂ ਜਿਹੜੀਆਂ ਇਸ ਵਕਤ ਜਿਹੜੀਆਂ ਲਾਭ ਦੇ ਰਹੀਆਂ ਨੇ, ਉਹ ਅੱਖਾਂ ਬੰਦ ਕਰਕੇ ਕਿਉਂ ਸਾਰਾ ਕੁਝ ਕਰ ਰਹੀਆਂ ਨੇ। ਉਹਨਾਂ ਨੂੰ ਚਾਹੀਦਾ ਹੈ ਕਿ ਇਹਦੇ ਉੱਤੇ ਪਹਿਲਾਂ ਵਿਚਾਰ ਕਰਨ ਤੋਂ ਬਾਅਦ ਜਿਹੜੀਆਂ ਇਹ ਚੀਜ਼ਾਂ ਜਿਹੜੀਆਂ ਅੱਗੇ ਲਾਗੂ ਕਰਨ। ਵਿਰੋਧੀ ਧਿਰ ਜਿਹੜੇ ਆਪਣੇ ਲੋਕ ਨੇ ਉਹ ਤਾਂ ਹੀ ਚੁਣ ਕੇ ਭੇਜਦੇ ਨੇ ਕਿ ਤੁਸੀਂ ਇਹਨਾਂ ਦਾ ਵਿਰੋਧ ਕਰਨਾ ਜਿਹੜੀ ਚੀਜ਼ ਵੀ ਗਲਤ ਹੋ ਰਹੀ ਹੈ।
ਨਾ ਕਿ ਆਪਾਂ ਕਿਸੇ ਦੇ ਜਿਹੜਾ ਆਪਾਂ ਨਾਲ ਸੁੰਗਤੰਤਰ ਲੈ ਕੇ ਫਿਰਨਾ ਕਿ ਕਿਹੜਾ ਬੰਦਾ ਸ਼ਰਾਬ ਪੀ ਕੇ ਆਇਆ ਉਹਦੇ ਲਈ ਵੀ ਤਾਂ ਜੇ ਵਿਰੋਧੀ ਧਿਰ ਵਿਰੋਧ ਕਰ ਰਹੀ ਹੈ ਤਾਂ ਉਹਦੇ ਤੋਂ ਲੀਡ ਵੀ ਤਾਂ ਐਗਜ਼ਾਮਪਲ ਕਰਨਾ ਚਾਹੀਦਾ ਨਾ। ਜੇ ਉਹ ਇਸ ਚੀਜ਼ ਨੂੰ ਲੈ ਕੇ ਵਿਰੋਧ ਕਰਦੀਆਂ ਨੇ ਤਾਂ ਸਭ ਤੋਂ ਪਹਿਲਾਂ ਕਹਿਣ ਵੀ ਅਸੀਂ ਇੰਨੇ ਬੰਦੇ ਹੈਗੇ, ਸਾਡੀ ਪਾਰਟੀ ਵਿੱਚ ਇੰਨੇ ਬੰਦੇ, ਅਸੀਂ ਨਹੀਂ ਲੈਂਦੇ, ਫਿਰ ਉੱਥੋਂ ਜਿਹੜਾ ਮੁੱਦਾ ਚੱਕਿਆ ਜਾਏਗਾ ਚੀਜ਼ਾਂ। ਵਿਰੋਧ ਉਹਨਾਂ ਨੇ ਕਰਨਾ ਸੀਗਾ ਇਸ ਚੀਜ਼ ਦਾ ਕਿ ਮੁੱਦੇ ਪੰਜਾਬ ਦੇ ਕੀ ਨੇ, ਜਾਂ ਉਹਨਾਂ ਨੇ ਐਗਜ਼ਾਮਪਲ ਨਾਲ ਲੀਡ ਕਰਨਾ ਸੀ ਕਿ ਅਸੀਂ ਦੇਖੋ ਜੀ 300 ਯੂਨਿਟ ਛੱਡ ਰਹੇ ਹਾਂ ਕਿਉਂਕਿ ਅਸੀਂ ਰੱਜੇ ਪੁੱਜੇ ਘਰਾਂ ਦੇ ਹਾਂ, ਤੇ ਇਸੇ ਤਰ੍ਹਾਂ ਇਕਨੋਮਿਕ ਬੇਸਿਸ ਦੇ ਉੱਤੇ ਨੇ ਜਿਹੜੇ ਇਹ ਬਿਜਲੀ ਫਰੀ ਦਿੱਤੀ ਜਾਵੇ। ਪਰ ਜਦੋਂ ਕਹਿੰਦੇ ਨੇ ਕਿ ਸਾਡੇ ਜਿਹੜੇ ਘਰੇ 4 ਦਾਣੇ ਆ ਰਹੇ ਨੇ, ਕਹਿੰਦੇ ਰੌਲਾ ਜਿਹਨੇ ਰੌਲਾ ਪਾਣਾ ਸੀਗਾ ਉਹੀ, ਫਿਰ ਪੰਜਾਬੀ ਦੀ ਕਹਾਵਤ ਆ ਜਾਂਦੀ, ਕਹਿੰਦੇ ਕੁੱਤੇ ਚੋਰਾਂ ਨਾਲ ਰਲ ਗਈ, ਤੇ ਇਹ ਸੁਣਨ ਨੂੰ ਭਾਵੇਂ ਭੈੜੀ ਲੱਗਦੀ ਹੈ ਪਰ ਗੱਲ ਦੀ ਸੱਚਾਈ ਜਦੋਂ ਉੱਥੇ ਜੀ ਜਾ ਕੇ ਪਹੁੰਚਦੀ ਹੈ, ਜਿਹੜਾ ਪਿੱਛੇ ਦਾ ਮੀਨਿੰਗ ਹੈ ਕਿ ਜਿਨ੍ਹਾਂ ਨੇ ਰੌਲਾ ਪਾਣਾ ਸੀ ਫਿਰ ਉਹੀ ਨਹੀਂ ਖਾ ਰਹੇ, ਉਲਟੀ ਜਿਹੜੀ ਖੇਤ ਹੈ ਵਾੜ ਕੋ ਖਾਏ, ਤੇ ਉਹੀ ਹਿਸਾਬ ਹੋ ਗਿਆ। ਬਿਲਕੁਲ ਉਹੀ ਹਿਸਾਬ ਹੋ ਗਿਆ, ਕਿਉਂਕਿ ਇਹ ਚੀਜ਼ ਆਮ ਆਦਮੀ ਪਾਰਟੀ ਦੀ ਸਰਕਾਰ, ਹੁਣ ਕਿਉਂਕਿ ਪਿਛਲੀਆਂ ਜਿਹੜੀਆਂ ਸਰਕਾਰਾਂ ਆਈਆਂ ਨੇ, ਉਹ ਚਾਹੇ ਅਕਾਲੀ ਦਲ ਦੀ ਹੋਵੇ ਚਾਹੇ ਉਹ ਕਾਂਗਰਸ ਦੀ ਹੋਵੇ, ਇਹਨਾਂ ਕੋਲੇ ਪੂਰਾ ਤਜਰਬਾ ਰਿਹਾ ਵੀ ਮੁਫਤ ਬਿਜਲੀ ਦੇ ਵਿੱਚ ਜਾਂ ਮੁਫਤ ਪਾਣੀ ਦੇ ਵਿੱਚ ਜਾਂ ਮੁਫਤ ਸਹੂਲਤਾਂ ਜਿਹੜੀਆਂ ਦਿੱਤੀਆਂ ਜਾ ਰਹੀਆਂ ਨੇ ਉਹਨਾਂ ਦੇ ਨਾਲ ਅੱਗੇ ਕੀ ਲਾਭ ਜਿਹੜੇ ਹੋਣਗੇ ਜਾਂ ਕੀ ਉਹਦੇ ਸਾਈਡ ਇਫੈਕਟ ਨਿਕਲ ਕੇ ਸਾਹਮਣੇ ਆਉਣਗੇ, ਉਹਨਾਂ ਕੋਲ ਪੂਰਾ ਉਹਦਾ ਤਜਰਬਾ ਰਿਹਾ। ਪਰ ਆਮ ਆਦਮੀ ਪਾਰਟੀ ਦੀ ਸਰਕਾਰ ਜਿਹੜੀ ਪੰਜਾਬ 'ਚ ਪਹਿਲੀ ਵਾਰੀ ਆ ਰਹੀ ਹੈ, ਤੇ ਦਿੱਲੀ ਦੀ ਸਰਕਾਰ ਵੱਲੋਂ ਵੀ ਸਹੂਲਤਾਂ ਤਾਂ ਦਿੱਤੀਆਂ ਗਈਆਂ ਨੇ, ਪਰ ਉੱਥੇ ਵੀ ਜਿਹੜੀਆਂ ਮੁਫਤ ਦੀਆਂ ਸਹੂਲਤਾਂ ਕਾਫੀ ਦਿੱਤੀਆਂ ਗਈਆਂ ਨੇ, ਪਰ ਜਿਹੜੀਆਂ ਚੀਜ਼ਾਂ ਇਹਦੇ ਸਾਈਡ ਇਫੈਕਟ ਨੇ, ਸ਼ਾਇਦ ਉਹ ਇਹਦੇ 'ਤੇ ਵੀ ਜਿਹੜੀ ਹੈ ਪੰਜਾਬ ਸਰਕਾਰ ਦੇ ਨਾਲ ਇਸ ਚੀਜ਼ ਦਾ ਕੋਈ ਤਾਲਮੇਲ ਨਹੀਂ ਬੈਠ ਸਕਿਆ ਵੀ ਇਹਦੇ ਸਾਈਡ ਇਫੈਕਟ ਕੀ ਨਿਕਲਣਗੇ। ਕਿ ਇਸ ਮਾਮਲੇ ਦੇ ਵਿੱਚ ਹੁਣ ਕਿਉਂਕਿ ਹਲੇ ਭਗਵੰਤ ਮਾਨ ਹੋਣਾ ਨੇ ਅਨਾਉਂਸਮੈਂਟ ਕਰਨੀ ਹੈਗੀ ਕੁਝ ਦੇਰ ਬਾਅਦ, ਤਾਂ ਹੋ ਸਕਦਾ ਵੀ ਇਸ ਮਾਮਲੇ ਦੇ ਉੱਤੇ ਵੀ ਧਿਆਨ ਕੀਤਾ ਜਾਵੇ ਵੀ ਇਹ ਚੀਜ਼ਾਂ ਵੀ ਇਹਦੇ 'ਚ ਅਨਾਉਂਸਮੈਂਟ ਕਰ ਦਿੱਤੀਆਂ ਜਾਣ। ਪਰ ਵੇਖਣਾ ਇਹ ਹੋਇਆ ਕਿ ਜਿਹੜਾ ਇਸ ਮਾਮਲੇ ਨੂੰ ਲੈ ਕੇ ਸਰਕਾਰ ਜੇਕਰ ਇਸ ਦੇ ਉੱਤੇ ਵਿਚਾਰ ਨਹੀਂ ਕੀਤਾ ਤਾਂ ਕੀ ਉਹ ਆਉਣ ਵਾਲੇ ਸਮੇਂ ਦੇ ਵਿੱਚ ਵਿਚਾਰ ਕਰਕੇ ਇਸ 'ਚ ਸੋਧ ਕਰੇਗੀ, ਜੇ ਸੋਧ ਕਰਦੀ ਹੈ ਤਾਂ ਉਸ ਚੀਜ਼ ਦਾ ਸਵਾਗਤ ਕੀਤਾ ਜਾਣਾ ਚਾਹੀਦਾ। ਕੁਲਜੀਤ ਸਿੰਘ ਧਾਲੀਵਾਲ ਨੇ ਜੀ, ਇਹ ਡੇਰਾਬੱਸੀ ਤੋਂ MLA ਨੇ ਤੇ ਇੱਥੇ ਕਾਫੀ ਵੱਡੀ ਲੀਡ ਨਾਲ ਜਿੱਤੇ, ਤੇ ਇਹਨਾਂ ਨੇ ਕੱਲ ਕੁਲਜੀਤ ਸਿੰਘ ਧਾਲੀਵਾਲ ਹੋਣੀ ਨੇ, ਇਹ ਡੇਰਾਬੱਸੀ ਤੋਂ ਨੇ ਤੇ ਉਹ ਅਬੋਹਰ ਵਾਲਿਆਂ ਜਿਹੜੀ ਆਪ ਤੁਸੀਂ ਗੱਲ ਕਰ ਰਹੇ ਹੋ, ਤੇ ਇਹ ਕੱਲ ਕੈਮਰੇ ਲੈ ਕੇ ਇਹ ਪੱਤਰਕਾਰ ਭਾਈਚਾਰੇ ਨੂੰ ਆਪਣੇ ਨਾਲ ਲੈ ਕੇ ਤੇ ਇਹ ਪਹੁੰਚੇ ਇੱਕ ਥਾਣੇ ਦੇ ਵਿੱਚ। ਕਹਿੰਦੇ ਜੀ ਮੈਨੂੰ ਕਿਤੋਂ ਸੂਹ ਮਿਲੀ ਸੀਗੀ ਕਿ ਉੱਥੇ ਕੁਝ ਗੈਰ ਕਾਨੂੰਨੀ ਜਿਹੜਾ ਕੰਮ ਆ ਹੋ ਰਿਹਾ। ਇਹਨਾਂ ਨੇ ਗੇਟ ਖੁਲਵਾਇਆ, ਸਾਹਿਬ ਹੁਣੀ ਅੰਦਰ ਬੈਠੇ ਸੀਗੇ, ਤੇ ਉਹ ਕਹਿੰਦੇ ਨਾਲ ਮੇਰੇ 2-3 ਦੋਸਤ ਦੀ ਗਲਾਸੀਆਂ ਪਈਆਂ ਸੀਗੀਆਂ, ਅੱਧੀਆਂ ਕਿ ਭਰੀਆਂ ਅੱਧੀਆਂ ਕਿ ਖਾਲੀ, ਨਾਲ 2-3 ਬੋਤਲਾਂ ਖਾਲੀ ਅੱਧੀਆਂ ਭਰੀਆਂ ਤੇ ਪਈਆਂ ਸੀਗੀਆਂ ਉਹ। ਤੇ ਉਸ ਤੋਂ ਬਾਅਦ ਲਾਲਾ ਹੋ ਗਈ, ਕੋਈ ਲਾਈਵ ਹੋ ਗਿਆ, ਕੋਈ ਜਿਹੜਾ ਰਿਕਾਰਡਿੰਗ ਕਰਨ ਲੱਗ ਗਿਆ, ਤੇ ਕਹਿੰਦੇ ਤੁਸੀਂ ਸ਼ਰਾਬ ਹੈ। ਥਾਣੇਦਾਰ ਸਾਹਿਬ ਕਹਿੰਦੇ ਤੁਸੀਂ ਉਰੇ ਪੀ ਰਹੇ ਹੋ, ਤੁਹਾਨੂੰ ਸ਼ਰਮ ਆਉਣੀ ਚਾਹੀਦੀ ਹੈ। MLA ਸਾਹਿਬ ਕਹਿੰਦੇ ਇਹ ਦੀਮਕ ਕਹਿੰਦੇ ਜਿਹੜਾ ਤੁਸੀਂ ਦੀਮਕ ਵਾਂਗੂ ਕਹਿੰਦੇ ਤੁਸੀਂ ਪੰਜਾਬ ਨੂੰ ਚੱਟ ਗਏ, ਤੇ ਕਹਿੰਦੇ ਸਾਡੀ ਸਰਕਾਰ ਆ ਗਈ ਹੁਣ ਸਿੱਧੇ ਹੋ ਜਾਓ। ਦੇਖੋ ਇਹ ਕੋਈ ਪਹਿਲੀ ਵਾਰ ਨਹੀਂ ਹੈਗਾ ਕਿ ਇਹ ਕੰਮ ਜਿਹੜਾ ਹੁੰਦਾ ਹੈ। ਇਸ ਮਾਮਲੇ ਨੂੰ ਲੈ ਕੇ ਕਾਫੀ ਵਾਰ ਸਵਾਲ ਚੁੱਕੇ ਜਾਂਦੇ ਰਹੇ ਨੇ ਕਿ ਥਾਣਿਆਂ ਦੇ ਵਿੱਚ ਵੀ ਨਸ਼ਾ ਜਿਹੜਾ ਉਹ ਜਿਹੜਾ ਕਾਫੀ ਹਾਵੀ ਹੈਗਾ। ਰਾਤ ਨੂੰ ਤੁਸੀਂ ਦੇਖੋਗੇ ਤਾਂ ਭਾਵੇਂ ਕਿ ਇਸ ਗੱਲ ਨੂੰ ਲੈ ਕੇ ਬਹੁਤ ਸਾਰੇ ਪੁਲਿਸ ਮੁਲਾਜ਼ਮ ਮੇਰੇ ਨਾਲ ਬਹੁਤ ਵਾਰੀ ਨਾਰਾਜ਼ ਵੀ ਹੋਏ ਨੇ। ਮੈਂ ਬਹੁਤ ਵਾਰੀ ਇਹ ਮੁੱਦਾ ਜਿਹੜਾ ਪ੍ਰੈਸ ਕਾਨਫਰੰਸ ਦੇ ਵਿੱਚ ਵੀ ਚੱਕਿਆ, ਤੇ ਬਹੁਤ ਵਾਰੀ ਮੁੱਦਾ ਜਿਹੜਾ ਸਿੱਧੇ ਮੂੰਹ ਦੇ ਉੱਤੇ ਵੀ ਚੱਕਿਆ ਹੈਗਾ ਕਿ ਥਾਣਿਆਂ ਦੇ ਵਿੱਚ ਜਿਹੜਾ ਉਹ ਦਾਰੂ ਪੀਣ ਵਾਲਾ ਜਿਹੜਾ ਚਲਨ ਹੈ ਉਹ ਬਹੁਤ ਜ਼ਿਆਦਾ ਹੈਗਾ। ਤੇ ਉਹੀ ਕਾਰਨ ਹੈ ਕਿ ਜਿਹੜਾ ਉਹਦੇ ਨਾਲ ਜਿਹੜੇ ਮੁਲਜ਼ਮ ਹੁੰਦੇ ਨੇ, ਜਦੋਂ ਇਹ ਇੰਟਰੋਗੇਟ ਕਰਦੇ ਨੇ ਤਾਂ ਉਹਦੇ ਵਿੱਚ ਕੁੱਟਮਾਰ ਦੀ ਜਿਹੜੀ ਰੇਸ਼ੋ ਵੀ ਵੱਧ ਜਾਂਦੀ ਹੈ। ਉਹ ਨਸ਼ੇ ਦੀ ਹਾਲਤ ਦੇ ਵਿੱਚ ਜਿਹੜੀ ਉਹ ਕੁੱਟਮਾਰ ਕਰਦੇ ਨੇ, ਤੇ ਉਹਦੇ ਨਾਲ ਜਿਹੜਾ ਉਹ ਅੱਗੇ ਕਈ ਕੀਮਤੀ ਜਾਨਾਂ ਵੀ ਚਲੀਆਂ ਜਾਂਦੀਆਂ ਨੇ, ਹਿਰਾਸਤੀ ਮੌਤਾਂ ਹੁੰਦੀਆਂ ਨੇ। ਤੇ ਇਹ ਇੱਕ ਆਪਣੇ ਆਪ ਦੇ ਵਿੱਚ ਗੰਭੀਰ ਵਿਸ਼ਾ ਹੈ। ਜਿੱਥੇ ਆਮ ਆਦਮੀ ਪਾਰਟੀ ਦੀ ਸਰਕਾਰ ਤੋਂ ਲੋਕਾਂ ਨੂੰ ਹੋਰ ਬਹੁਤ ਸਾਰੀਆਂ ਆਸਾਂ ਨੇ, ਉੱਥੇ ਸਭ ਤੋਂ ਵੱਡੀ ਆਸ ਇਹ ਹੈ ਕਿ ਜਿੱਦਾਂ ਦਿੱਲੀ ਦੇ ਵਿੱਚ ਹਰੇਕ ਜਗ੍ਹਾ ਦੇ ਉੱਤੇ ਕੈਮਰੇ ਲੱਗੇ ਨੇ, ਉਸੇ ਤਰ੍ਹਾਂ ਪੰਜਾਬ ਦੇ ਵਿੱਚ ਵੀ ਜਗ੍ਹਾ ਦੇ ਉੱਤੇ ਕੈਮਰੇ ਲਗਾਏ ਜਾਣ, ਤੇ ਉਹਦਾ ਸਭ ਦੀ ਸ਼ੁਰੂਆਤ ਜਿਹੜੀ ਆ ਉਹ ਸਭ ਤੋਂ ਪਹਿਲਾਂ ਜਿਹੜੀ ਆ ਉਹ ਥਾਣਿਆਂ ਦੇ ਵਿੱਚੋਂ ਕੀਤੀ ਜਾਵੇ, ਥਾਣਿਆਂ ਤੇ ਸਰਕਾਰੀ ਦਫ਼ਤਰਾਂ 'ਚ ਕੀਤੀ ਜਾਵੇ। ਕਿਉਂਕਿ ਥਾਣਿਆਂ ਦੇ ਵਿੱਚ ਜਿਹੜਾ ਉਹ ਨਜਾਇਜ਼ ਧੱਕਾ ਬਹੁਤ ਜ਼ਿਆਦਾ ਹੁੰਦਾ। ਇਹਦੀ ਕੋਈ ਦੋ ਰਾਏ ਨਹੀਂ। ਤੁਸੀਂ ਜੇਕਰ ਜਿਹੜੇ ਮਨੁੱਖੀ ਅਧਿਕਾਰਾਂ ਦੇ ਜਿਹੜੇ ਸੰਸਥਾਵਾਂ ਨੇ, ਜੇਕਰ ਉਹਨਾਂ ਦੇ ਕੋਲ ਜਾ ਕੇ ਤੁਸੀਂ ਦੇਖੋ ਤਾਂ ਸਭ ਤੋਂ ਵੱਧ ਸ਼ਿਕਾਇਤਾਂ ਜਿਹੜੀਆਂ ਨੇ ਉਹ ਪੁਲਿਸ ਦੇ ਖਿਲਾਫ ਆਉਂਦੀਆਂ ਨੇ। ਤੇ ਥਾਣਿਆਂ ਦੇ ਵਿੱਚ ਜੇਕਰ ਕੈਮਰੇ ਲੱਗਦੇ ਨੇ ਸਾਰੇ ਪਾਸੇ, ਹਰ ਇੱਕ ਪਾਸੇ ਥਾਣੇ ਦੇ ਵਿੱਚ ਕੈਮਰੇ ਲੱਗਣ, ਤਾਂ ਫਿਰ ਉਹ ਚੀਜ਼ਾਂ ਜਿਹੜੀਆਂ ਨੇ ਕਿਤੇ ਨਾ ਕਿਤੇ ਉਸ ਚੀਜ਼ ਨੂੰ ਠੱਲ ਪਾਉਣ ਦੇ ਵਿੱਚ ਕਾਮਯਾਬੀ ਮਿਲੇਗੀ। ਸਾਰੇ ਪੰਜਾਬ ਦੇ ਵਿੱਚ ਜੇਕਰ ਤੁਸੀਂ ਲਾਓਗੇ ਤਾਂ ਉਹ ਵਧੀਆ ਹੈਗਾ। ਦਿੱਲੀ ਦੇ ਵਿੱਚ ਲੱਗੇ ਨੇ, ਪੰਜਾਬ ਦੇ ਵਿੱਚ ਵੀ ਲੱਗਣ, ਜੁਰਮ ਦੇ ਵਿੱਚ ਵੀ ਜਿਹੜੀ ਹੈ ਉਹ ਰੋਕ ਲੱਗੇਗੀ, ਤੇ ਹੋਰ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਉਹ ਆਉਣ ਵਾਲੇ ਸਮੇਂ ਦੇ ਵਿੱਚ ਉਹ ਚੀਜ਼ਾਂ ਜਿਹੜੀਆਂ ਉਸ 'ਚ ਕੈਪਚਰ ਹੋ ਕੇ ਤੇ ਕਾਫੀ ਕੁਝ ਚੀਜ਼ਾਂ ਦੇ ਵਿੱਚ ਸੁਧਾਰ ਹੋਏਗਾ। ਤੇ
ਥਾਣਿਆਂ ਦੇ ਵਿੱਚ ਜੋ ਕੁਝ ਵੀ ਹੋ ਰਿਹਾ ਅੱਜ ਦੀ ਵਿੱਚ, ਇਹਦੇ ਨਾਲ ਰਿਸ਼ਵਤ ਨੂੰ ਠੱਲ ਪਏਗੀ, ਇਹਦੇ ਨਾਲ ਜੁਰਮ ਜਿਹੜਾ ਦੂਸਰਾ ਕਿਸੇ ਨਾਲ ਨਜਾਇਜ਼ ਕੁੱਟਮਾਰ ਹੋ ਰਹੀ ਆ ਉਸ ਨੂੰ ਠੱਲ ਪਏਗੀ। ਜਿਹੜੇ ਝਗੜੇ ਹੁੰਦੇ ਨੇ ਥਾਣਿਆਂ ਦੇ ਵਿੱਚ, ਉਹਦੇ ਵਿੱਚ ਲੋਕਾਂ ਨੂੰ ਇਹ ਡਰ ਹੋਏਗਾ ਕਿ ਅਸੀਂ ਜਾ ਕੇ ਕਿਸੇ ਨਾਲ ਨਜਾਇਜ਼ ਕਰਦੇ ਹਾਂ, ਕਿਸੇ ਦੀ ਸਿਫਾਰਿਸ਼ ਕਰਕੇ ਕਿਸੇ ਨੂੰ ਜੇ ਕੁਛ ਛੁਡਾਇਆ ਜਾਂਦਾ ਉਹਦੇ 'ਤੇ ਠੱਲ ਪਏਗੀ। ਜੇਕਰ ਕਿਸੇ ਨੂੰ ਫੜ ਕੇ ਲਿਆਂਦਾ ਜਾਂਦਾ ਅਤੇ ਉਸ ਨੂੰ ਕਿਸੇ ਵਜ੍ਹਾ ਦੇ ਨਾਲ ਛੱਡ ਦਿੱਤਾ ਜਾਂਦਾ ਤਾਂ ਉਹ ਕਿਤੇ ਕੈਮਰਿਆਂ ਦੀ ਨਜ਼ਰ 'ਚ ਆਏਗਾ ਵੀ ਕਿੰਨੀ ਦੇਰ 'ਚ ਹੈ। ਫਿਰ ਜਿਹੜੇ ਅਦਾਲਤੀ ਜਿਹੜੇ ਹੋਣਗੇ ਕੇਸ ਹੋਣਗੇ ਉਹਨਾਂ ਦੇ ਵਿੱਚ ਇਹ ਸਾਬਤ ਹੋਏਗਾ ਵੀ ਕਦੋਂ ਬੰਦੇ ਨੂੰ ਥਾਣੇ 'ਚ ਫੜ ਕੇ ਲਿਆਂਦਾ ਗਿਆ ਅਤੇ ਕਦੋਂ ਉਸ ਨੂੰ ਜਿਹੜਾ ਉੱਥੋਂ ਕੋਰਟ 'ਚ ਪੇਸ਼ ਕੀਤਾ ਗਿਆ, ਉਸ ਦੌਰਾਨ ਕੀ ਹੋਇਆ, ਉਹ ਸਾਰੀਆਂ ਚੀਜ਼ਾਂ ਵੀ ਆਉਣਗੀਆਂ। ਪਰ ਮੈਨੂੰ ਨਹੀਂ ਲੱਗਦਾ ਕਿ ਇਹ ਚੀਜ਼ਾਂ ਜਿਹੜੀਆਂ ਸੰਭਵ ਹੋ ਪਾਉਣਗੀਆਂ, ਕਿਉਂਕਿ ਇਹਦੇ ਵਿੱਚ ਬਹੁਤ ਸਾਰੀਆਂ ਕਾਨੂੰਨੀ ਘੁੰਡੀਆਂ ਵੀ ਹੋਣਗੀਆਂ ਜਿਹਨੂੰ ਲੈ ਕੇ ਸਰਕਾਰਾਂ ਦੇ ਉੱਤੇ ਇਹ ਪੁਲਿਸ ਦੇ ਜਿਹੜੇ ਅਧਿਕਾਰੀ ਹੋਣਗੇ ਦਬਾਅ ਪਾਉਣਗੇ ਵੀ ਇਸ ਤਰ੍ਹਾਂ ਜਿਹੜੀ ਪੁਲਿਸ ਕੰਮ ਨਹੀਂ ਕਰ ਪਾਏਗੀ। ਪਰ ਜੇਕਰ ਇਹਨਾਂ ਚੀਜ਼ਾਂ ਨੂੰ ਠੱਲ ਪਾਉਣੀ ਹੈ, ਥਾਣਿਆਂ ਦੇ ਵਿੱਚ ਜੋ ਕੁਝ ਵੀ ਨਜਾਇਜ਼ ਹੋ ਰਿਹਾ, ਤਾਂ ਉਹਦੇ ਲਈ ਕਿਤੇ ਨਾ ਕਿਤੇ ਜਿਹੜਾ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਉਹ ਕਰਨੀਆਂ ਪੈਣਗੀਆਂ। ਅਤੇ ਉਹਦੇ ਲਈ ਇਹ ਫੋਰਨ ਦੇ ਜਿਹੜੇ ਸਿਸਟਮ ਹੋਣਗੇ, ਜਿਸ ਤਰ੍ਹਾਂ ਭਗਵੰਤ ਮਾਨ ਉਹਨਾਂ ਨੇ ਕਿਹਾ ਕਿ ਅਸੀਂ ਸਿੱਖਣ ਲਈ ਅਸੀਂ ਕਿਤੇ ਵੀ ਭੇਜਾਂਗੇ ਆਪਣੇ ਮੁਲਾਜ਼ਮਾਂ ਨੂੰ, ਆਪਣੇ ਅਧਿਕਾਰੀਆਂ ਨੂੰ, ਤਾਂ ਜਿਹੜੇ ਫੋਰਨ ਦੇ ਵਿੱਚ ਜਿਸ ਤਰ੍ਹਾਂ ਥਾਣਿਆਂ ਦਾ ਕੰਮਕਾਰ ਹੋ ਰਿਹਾ ਉੱਥੇ ਕਿਸੇ ਨਾਲ ਨਜਾਇਜ਼ ਕੁੱਟਮਾਰ ਨਹੀਂ ਕੀਤੀ ਜਾਂਦੀ। ਬਹੁਤ ਸਾਰੀਆਂ ਜਗ੍ਹਾ ਜਿਹੜੀਆਂ ਐਸੀਆਂ ਹੈਗੇ ਨੇ ਉੱਥੇ ਜੁਰਮ ਦੀ ਦਰ ਵੀ ਘੱਟ ਹੈਗੀ ਹੈ, ਤਾਂ ਉਹਨਾਂ ਤੋਂ ਟ੍ਰੇਨਿੰਗ ਲੈਣ ਲਈ ਭੇਜਿਆ ਜਾ ਸਕਦਾ, ਉੱਥੋਂ ਦੇ ਹਾਲਾਤ ਦੇਖਣ ਲਈ ਭੇਜਿਆ ਜਾ ਸਕਦਾ। ਤਾਂ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਇਹ ਸਿੱਖਣ ਨੂੰ ਵੀ ਬਹੁਤ ਕੁਝ ਹੈ ਅਤੇ ਲੋਕਾਂ ਨੂੰ ਆਸਾਂ ਵੀ ਬਹੁਤ ਕੁਝ ਹੈਗੀਆਂ ਨੇ। ਥਾਣਿਆਂ ਦੇ ਵਿੱਚ ਜੋ ਕੁਝ ਹੋ ਰਿਹਾ ਇਹ ਆਪਣੇ ਆਪ ਦੇ ਵਿੱਚ ਅੱਜ ਤੋਂ ਨਹੀਂ, ਇਹ ਬਹੁਤ ਸਮੇਂ ਪਹਿਲਾਂ ਤੋਂ ਜਿਹੜਾ ਇਹ ਚਿੰਤਾ ਦਾ ਵਿਸ਼ਾ ਬਣਿਆ ਹੋਇਆ। ਅੱਤਵਾਦ ਦੇ ਸਮੇਂ ਦੇ ਵਿੱਚ ਜੋ ਕੁਝ ਵੀ ਹੋਇਆ ਉਹ ਸਾਰਿਆਂ ਦੇ ਸਾਹਮਣੇ ਆ। ਅੱਜ ਵੀ ਜਿਹੜੇ ਪੁਲਿਸ ਵਾਲੇ ਹੈਗੇ ਨੇ ਬਹੁਤ ਸਾਰੇ ਉਹ ਨਜਾਇਜ਼ ਕੁੱਟਮਾਰ ਅਤੇ ਨਜਾਇਜ਼ ਹਿਰਾਸਤੀ ਮੌਤਾਂ ਦੇ ਵਿੱਚ ਜਿਹੜੇ ਲੋਕ ਫਸੇ ਨੇ ਪੁਲਿਸ ਵਾਲੇ, ਉਹ ਅੱਜ ਵੀ ਜੇਲ੍ਹਾਂ ਕੱਟ ਰਹੇ ਨੇ ਜਾਂ ਅਦਾਲਤੀ ਕੇਸਾਂ ਦੀਆਂ ਪੈਰਵਾਈਆਂ ਦੇ ਲਈ ਜਿਹੜੀਆਂ ਪੇਸ਼ੀਆਂ ਭੁਗਤ ਰਹੇ ਨੇ। ਇਹ ਦੋ ਰਾਏ ਨਹੀਂ। ਹੁਣ ਪਿੱਛੇ ਤੁਸੀਂ ਖਾਲੜਾ ਕਾਂਡ ਦੇ ਵਿੱਚ ਦੇਖੋ, ਮੈਂ ਉਹ ਸਾਰੀ ਕੇਸ ਦੀ ਸੁਣਵਾਈ ਅਦਾਲਤ ਦੇ ਅੰਦਰ ਖੜ ਕੇ ਇੱਕ ਜਿਹੜਾ ਜਿਹੜੀ ਪੇਸ਼ੀ ਦੇ ਵਿੱਚ ਮੈਂ ਵਕੀਲਾਂ ਦੀ ਬਹਿਸ ਸੁਣੀ ਅਤੇ ਉੱਥੇ ਗਵਾਹਾਂ ਦੇ ਬਿਆਨ ਸੁਣੇ, ਮੈਂ ਅੰਦਰ ਹੋਇਆ ਕਰਦਾ ਸੀ। ਜਿਹੜਾ ਜਸਵੰਤ ਸਿੰਘ ਖਾਲੜਾ ਕੇਸ ਸੀਗਾ CBI ਦਾ, ਉਹਦੇ 'ਚ ਮੈਂ ਦੇਖਿਆ ਹੈਗਾ ਕਿ ਕਿਸ ਤਰੀਕੇ ਦੇ ਨਾਲ ਪੁਲਿਸ ਦੇ ਜਿਹੜੀ ਹੈ ਉਹ ਨਜਾਇਜ਼ ਕੀਤੀ, ਉਹਨਾਂ ਬੰਦਿਆਂ ਨੂੰ ਜਿਹੜੀਆਂ ਉਸ ਤੋਂ ਬਾਅਦ ਸਜ਼ਾਵਾਂ ਹੋਈਆਂ। ਇਸ ਤੋਂ ਇਲਾਵਾ ਹੋਰ ਬਹੁਤ ਸਾਰੇ ਕੇਸਾਂ ਦੇ ਵਿੱਚ ਪੁਲਿਸ ਨੂੰ ਜਿਹੜੀਆਂ ਸਜ਼ਾਵਾਂ ਹੋਈਆਂ ਨੇ। ਅੱਜ ਵੀ ਜਿਹੜਾ ਆਪਣੇ ਸੁਮੇਧ ਸਿੰਘ ਸੈਣੀ ਹੋਈ ਨੇ ਜਿਹੜੇ, ਉਹ ਅੱਜ ਇਹਨਾਂ ਕੇਸਾਂ 'ਚ ਘਿਰੇ ਹੋਏ ਨੇ। ਬਹੁਤ ਸਾਰੇ ਲੋਕ ਜਿਹੜੇ ਨੇ ਹੋਰ ਇਹਨਾਂ ਕੇਸਾਂ ਦੇ ਵਿੱਚ ਘਿਰੇ ਹੋਏ ਨੇ। ਤਾਂ ਇਹ ਚੀਜ਼ਾਂ ਜਿਹੜੀਆਂ ਨੇ ਉਹ ਆਪਣੇ ਆਪ ਦੇ ਵਿੱਚ ਇੱਕ ਸਵਾਲ ਜਿਹੜਾ ਹੈਗਾ ਕਿ ਥਾਣਿਆਂ ਦੇ ਅੰਦਰ ਜਿੱਥੋਂ ਇਨਸਾਫ ਮਿਲਣ ਦੀ ਉਮੀਦ ਹੁੰਦੀ ਹੈ ਉਹਨਾਂ ਨੂੰ, ਆਮ ਜਨਤਾ ਨੂੰ, ਉੱਥੇ ਜਦੋਂ ਇਹੋ ਜਿਹੀਆਂ ਕਾਰਵਾਈਆਂ ਹੋ ਰਹੀਆਂ ਹੋਣ, ਉੱਥੇ ਜੇ ਜੁਰਮ ਆਪ ਹੀ ਕੀਤਾ ਜਾ ਰਿਹਾ ਹੋਵੇ ਤਾਂ ਫਿਰ ਉਲਟੀ ਵਾੜ ਖੇਤ ਕੋ ਖਾਈ ਜਿਹੜੀ ਹੈ ਉਹ ਗੁਰੂ ਸਾਹਿਬ ਨੇ ਕਿਹਾ ਹੈਗਾ, ਉਹ ਜਿਹੜੀ ਹੈ ਉਹ ਕਿਤੇ ਨਾ ਕਿਤੇ ਪ੍ਰਤੱਖ ਹੁੰਦਾ ਦਿਖਾਈ ਦਿੰਦਾ ਹੈਗਾ। ਅਤੇ ਜੋ ਕੁਝ ਵੀ ਉੱਥੇ ਡੇਰਾਬੱਸੀ ਥਾਣੇ ਦੇ ਵਿੱਚ ਹੋਇਆ ਹੈਗਾ ਉਹਨੇ ਆਪਣੇ ਆਪ ਦੇ ਵਿੱਚ ਜਿਹੜਾ ਲੋਕਾਂ ਦਾ ਧਿਆਨ ਵੀ ਖਿੱਚਿਆ। ਅਤੇ ਜੇਕਰ ਉਹ MLA ਸਾਹਿਬ ਇਸ ਮੁੱਦੇ ਨੂੰ ਅੱਗੇ ਲਿਜਾਂਦੇ ਨੇ ਜਾਂ ਵਿਧਾਨ ਸਭਾ 'ਚ ਚੁੱਕਦੇ ਨੇ ਜਾਂ ਅੱਗੇ ਸਰਕਾਰ ਤੱਕ ਜਾਂਦੇ ਨੇ, ਤਾਂ ਫਿਰ ਕਿਤੇ ਨਾ ਕਿਤੇ ਅੱਗੇ ਇਸ ਨੂੰ ਉਦਾਹਰਨ ਬਣਾ ਕੇ ਪਾਇਲਟ ਪ੍ਰੋਜੈਕਟ ਵੱਲੋਂ ਜਿਹੜਾ ਇਹ ਸਿਸਟਮ ਨੂੰ ਲਾਗੂ ਕੀਤਾ ਜਾ ਸਕਦਾ ਵੀ ਅੱਗੇ ਤੋਂ ਅਜਿਹੀਆਂ ਜਿਹੜੀਆਂ ਚੀਜ਼ਾਂ ਉਹ ਨਾ ਹੋਣ। ਪਰ ਇੱਥੇ ਮੈਨੂੰ ਇਸ ਚੀਜ਼ ਦਾ ਵੀ ਖਦਸ਼ਾ ਹੈਗਾ ਕਿ ਇਹ ਰੌਲਾ ਪਏਗਾ ਕਿ ਆਮ ਆਦਮੀ ਪਾਰਟੀ ਵਾਲਿਆਂ ਨੂੰ ਕੀ ਹੱਕ ਹੈ ਕਿ ਉਹ ਜਾ ਕੇ ਥਾਣਿਆਂ ਦੇ ਵਿੱਚ ਛਾਪਾ ਮਾਰਨ ਜੀ ਕਰਨ। ਇਹ ਨਹੀਂ ਦੇਖਦੇ ਹੈਗੇ ਕਿ ਉੱਥੇ ਹੋ ਕੀ ਰਿਹਾ ਸੀ, ਉਹ ਫੜਿਆ ਗਿਆ। ਸੋ ਇਹ ਚੀਜ਼ਾਂ ਵੀ ਨਾਲ ਉੱਠਣਗੀਆਂ। ਸੋ ਦੇਖਣਾ ਹੋਏਗਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਇਸ ਚੀਜ਼ ਨੂੰ ਲੈ ਕੇ ਸੁਧਾਰ ਹੁੰਦਾ ਕਿ ਜਾ ਕੇ ਫੋਕਾ ਰੌਲਾ ਹੀ ਪੈ ਜਾਂਦਾ। ਉਹ ਮੈਂ ਇੱਕ ਨਾਲ ਸੋਧ ਕਰਦਾ ਇੱਥੇ, ਕੁਲਜੀਤ ਸਿੰਘ ਰੰਧਾਵਾ ਨਾਮ ਹੈ ਇਹਨਾਂ ਦਾ, ਮੈਂ ਤੁਹਾਡੀ ਵਾਰ ਪਹਿਲਾਂ ਬੋਲ ਗਿਆ ਸੀਗਾ। ਸੋ ਇਹ ਗੱਲ ਦੇ ਉੱਤੇ ਅਸੀਂ ਦਰਸ਼ਕਾਂ ਨੂੰ ਜਿਹੜਾ ਥੋੜ੍ਹਾ ਸੁਚੇਤ ਕਰ ਦਿੰਦੇ ਹਾਂ। ਨਾਲ ਹੀ ਦੇਖੋ ਹੁਣ ਅੱਗੇ ਆਪਾਂ ਗੱਲ ਕਰ ਲੈਂਦੇ ਹਾਂ ਜੀ। ਕਹਿੰਦੇ ਜਿਹੜੇ ਸੈਲੋ ਸੀਗੇ ਇਹਨਾਂ ਦੇ ਅਡਾਨੀ ਹੋਣਾ ਦੇ, ਕਹਿੰਦੇ ਉੱਥੇ ਹੁਣ ਜਗਜੀਤ ਸਿੰਘ ਡੱਲੇਵਾਲ ਹੋਣੀ ਪਹੁੰਚ ਗਏ, ਕਿਸਾਨ ਯੂਨੀਅਨ ਦੇ ਇਹ ਪ੍ਰਧਾਨ ਨੇ। ਅਤੇ ਇਹ ਜਦੋਂ ਪੂਰਾ ਕਿਸਾਨ ਅੰਦੋਲਨ ਚੱਲਿਆ ਦਿੱਲੀ ਵਾਲਾ, ਉਹਦੇ ਵਿੱਚ ਇਹ ਕਾਫੀ ਸਰਗਰਮ ਰਹੇ ਨੇ। BKU ਦੇ ਨਾਲ ਇਹਨਾਂ ਦਾ ਜਿਹੜਾ ਸੰਗਠਨ ਹੈ ਉਹ ਕਾਫੀ ਮੋਢੇ ਨਾਲ ਮੋਢਾ ਲਾ ਕੇ ਤੁਰਦਾ। ਸੋ ਇਹਨਾਂ ਨੇ ਇਹ ਕਿਹਾ, ਕਹਿੰਦੇ FCI ਦੇ ਰੂਲ ਨੇ ਜਿਹੜੇ ਹੁਣ ਨਵੇਂ ਸਟ੍ਰਿਕਟ ਕਰਕੇ ਸੈਂਟਰ ਸਰਕਾਰ, ਉਹਨਾਂ ਦੇ ਕਹਿਣ ਤੋਂ ਭਾਵ ਸੀਗਾ ਕਿ ਜਿਹੜਾ ਦਾਣੇ ਦੀ ਪਹਿਲਾਂ 6% ਤੱਕ ਦੀ ਹੁੰਦੀ ਸੀਗੀ ਕਿ 6% ਛੋਟਾ ਕਣਕ ਦਾ ਦਾਣਾ ਅਸੀਂ ਲੈ ਲਾਂਗੇ, ਅਤੇ ਉਹ ਕਹਿੰਦੇ ਇਸ ਵਾਰੀ ਗਰਮੀ ਜ਼ਿਆਦਾ ਪੈ ਗਈ ਅਤੇ ਕਹਿੰਦੇ ਉਹ ਇੰਨਾ ਜ਼ਿਆਦਾ ਸਟ੍ਰਿਕਟ ਪਹਿਲਾਂ ਕਦੀ ਨਹੀਂ ਸੀ FCI ਇਹ ਸਾਰੇ ਨੂੰ ਲੈ ਕੇ, ਕਹਿੰਦੇ ਜਿੰਨਾ ਹੁਣ ਹੁੰਦਾ ਜਾ ਰਿਹਾ। ਕਹਿੰਦਾ ਇਹਦਾ ਇੱਕੋ ਕਾਰਨ ਹੈ ਕਿ ਇੱਧਰੋਂ ਭਜਾ ਕੇ ਇਹਨਾਂ ਨੂੰ ਸਰਕਾਰੀ ਮੰਡੀਆਂ ਤੋਂ ਉੱਤੇ ਪ੍ਰਾਈਵੇਟ ਮੰਡੀਆਂ ਵੱਲ ਧੱਕਿਆ ਜਾਵੇ। ਨਾਲ ਹੀ ਇਹਨਾਂ ਨੇ ਇਹ ਇਲਜ਼ਾਮ ਵੀ ਲਗਾਤੇ ਕਿ ਜਿਹੜਾ ਅਡਾਨੀਆਂ ਦੀ ਮੰਡੀ ਹੈ ਇਹ ਜਾਣ ਕੇ ਕਹਿੰਦੇ FCI ਨੇ ਕਿਰਾਏ 'ਤੇ ਲਈ ਹੈ, ਜਾਣ ਕੇ ਇਹਨਾਂ ਨੂੰ ਸਰਕਾਰੀ ਜਿਹੜਾ ਗੋਦਾਮਾਂ ਦੇ ਵਾਂਗੂ ਦਿਖਾਇਆ ਜਾ ਰਿਹਾ ਤਾਂ ਕਿ ਕਿਸਾਨਾਂ ਨੂੰ ਇੱਕ ਵਾਰੀ ਉੱਧਰ ਲਿਜਾਇਆ ਤਾਂ ਜਾਵੇ, ਜਦੋਂ ਇੱਕ ਵਾਰੀ ਲੈ ਕੇ ਕਹਿੰਦੇ ਫਿਰ ਸੇਲ ਉੱਥੇ ਪਾ ਦਾਂਗੇ
ਤੇ ਮੁੜ ਕੇ ਇਹੀ ਆਦਤ ਪਾ ਕੇ 2-3 ਸਾਲ ਵੇਚਾਂਗੇ ਤੇ ਫਿਰ ਜੀਓ ਵਾਲਾ ਹਾਲ ਕਰ ਦੇਣਾ, ਮੁੜ ਕੇ ਆਪਣੀ ਮੋਨੋਪੋਲੀ ਜਿਹੜੀ ਆ ਅਸੀਂ ਮਾਰਕੀਟ ਦੇ ਵਿੱਚ ਬਣਾ ਲਾਂਗੇ। ਬਿਲਕੁਲ ਇਹ ਗੱਲ ਆਪਾਂ ਕੱਲ ਪ੍ਰੋਗਰਾਮ ਦੇ ਵਿੱਚ ਵੀ, ਸ਼ਾਮ ਦੇ ਪ੍ਰੋਗਰਾਮ ਦੇ ਵਿੱਚ ਵੀ ਇਸ ਚੀਜ਼ ਨੂੰ ਆਪਾਂ ਨੇ ਜਿਹੜਾ ਚਰਚਾ ਕੀਤੀ ਸੀ ਕਿ ਇਹ ਪਿੱਛੇ ਦੀ ਮਨਸ਼ਾ ਕੀ ਹੋ ਸਕਦੀ ਆ ਕੇਂਦਰ ਸਰਕਾਰ ਦੀ। ਤਾਂ ਉਹ ਕਿਤੇ ਨਾ ਕਿਤੇ ਜਿਹੜੇ ਡੱਲੇਵਾਲ ਹੋਣਾ ਨੇ ਵੀ ਉਸ ਗੱਲ ਦੀ ਪੁਸ਼ਟੀ ਕਰ ਦਿੱਤੀ ਹੈਗੀ ਹੈ ਕਿ ਇਹਨੂੰ ਨੋਟੀਫਿਕੇਸ਼ਨ ਕੀਤਾ ਗਿਆ ਕਿ ਜਿਹੜਾ ਅਡਾਨੀ ਦਾ ਸਾਈਲੋ ਹੈਗਾ ਉਸ ਨੂੰ ਮੰਡੀ ਵਜੋਂ ਨੋਟੀਫਾਈਡ ਕੀਤਾ ਗਿਆ ਹੈਗਾ। ਅਤੇ ਦੂਸਰੇ ਪਾਸੇ ਜਿਹੜੇ ਨੇ ਉਹ ਸਰਕਾਰੀ ਖਰੀਦ ਦੇ ਜਿਹੜੇ ਮਾਪਦੰਡ ਨੇ ਉਹ ਸਖਤ ਕਰ ਦਿੱਤੇ ਗਏ ਨੇ। ਦਾਣਾ ਛੋਟਾ ਨਹੀਂ ਹੋਣਾ ਚਾਹੀਦਾ, ਬਦਰੰਗ ਨਹੀਂ ਹੋਣਾ ਚਾਹੀਦਾ, ਖਰਾਬ ਨਹੀਂ ਹੋਣਾ ਚਾਹੀਦਾ, ਉਹਦਾ ਇੱਕ ਕ੍ਰਾਈਟੀਰੀਆ ਫਿਕਸ ਕਰ ਦਿੱਤਾ। ਪਹਿਲਾਂ ਛੋਟ ਜਿਹੜੀ ਹੈ 5-6% ਦਿੱਤੀ ਜਾਂਦੀ ਸੀ, ਕਾਫੀ ਜ਼ਿਆਦਾ ਦਿੱਤੀ ਜਾਂਦੀ ਸੀ। ਅੱਜ ਕੱਲ੍ਹ ਜਿਹੜੀ 5-6% 'ਤੇ ਜਿਹੜੀ ਉਹਨਾਂ ਨੇ 20% ਜਿਹੜੀ ਵਧਾ ਕੇ ਕਰ ਦਿੱਤੀ ਹੈਗੀ ਇਸ ਚੀਜ਼ ਨੂੰ। ਤਾਂ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਉਹ ਕਾਫੀ ਆਪਣੇ ਆਪ ਦੇ ਵਿੱਚ ਟੈਨਸ਼ਨ ਵਾਲਾ ਮਾਹੌਲ ਪੈਦਾ ਕਰ ਰਹੀਆਂ ਨੇ। ਕਿਸਾਨਾਂ ਨੂੰ ਲੈ ਕੇ ਇਹ ਚੀਜ਼ਾਂ ਜਿਹੜੀਆਂ ਨੇ ਉਹ ਚਿੰਤਾ ਦਾ ਵਿਸ਼ਾ ਬਣੀਆਂ ਹੋਈਆਂ ਨੇ ਕਿ ਜਿਹੜੇ ਕਿਸਾਨ ਆਗੂਆਂ ਨੇ ਇੰਨੀ ਲੰਬੀ ਲੜਾਈ ਕਰਨ ਤੋਂ ਬਾਅਦ ਉੱਥੇ ਆਪਣਾ ਜਿੱਤ ਹਾਸਲ ਕੀਤੀ ਹੈ ਖੇਤੀ ਕਾਨੂੰਨਾਂ ਨੂੰ ਲੈ ਕੇ, ਉਹ ਕਿਤੇ ਇਹ ਨਾ ਹੋਵੇ ਵੀ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਉਹ ਚੀਜ਼ਾਂ ਜਿਹੜੀਆਂ ਨੇ ਕੋਈ ਹੋਰ ਰੰਗਤ ਲੈ ਕੇ ਤੇ ਪੰਜਾਬ ਦੇ ਮੰਡੀਆਂ ਦੇ ਉੱਤੇ ਜਿਹੜਾ ਉਹ ਪ੍ਰਾਈਵੇਟ ਹੱਥਾਂ ਦੇ ਵਿੱਚ ਚਲੀਆਂ ਜਾਣ। ਅਤੇ ਜੇ ਉਹ ਪ੍ਰਾਈਵੇਟ ਹੱਥਾਂ 'ਚ ਜਾਂਦੀਆਂ ਨੇ ਤਾਂ ਫਿਰ ਕਿਸਾਨਾਂ ਦਾ ਫਿਰ ਹੀ ਉਹੀ ਹਾਲ ਹੋਏਗਾ ਕਿ ਫਸਲ ਜਿਹੜੀ ਵੇਚਣੀ ਔਖੀ ਹੋ ਜਾਣੀ ਹੈ ਅਤੇ ਉਹਨਾਂ ਨੂੰ ਜਿਹੜੀਆਂ ਜ਼ਮੀਨਾਂ ਵੇਚਣ ਨੂੰ ਮਜਬੂਰ ਹੋ ਜਾਣਾ ਪੈਣਾ। ਤਾਂ ਉਹ ਕੰਨ ਉੱਧਰੋਂ ਨਹੀਂ ਦੂਜੇ ਪਾਸੋਂ ਘੁਮਾ ਕੇ ਜਿਹੜਾ ਉਹ ਫੜ ਲਿਆ ਗਿਆ। ਹੁਣ ਵੇਖਣਾ ਇਹ ਹੋਏਗਾ ਕਿ ਕਿਸਾਨ ਜਿਹੜੇ ਉੱਥੇ ਮੰਡੀਆਂ ਦੇ ਵਿੱਚ ਵੇਚ ਰਹੇ ਨੇ ਫਸਲਾਂ, ਉਹ ਕਿੰਨੇ ਕੁ ਜ਼ਿਆਦਾ ਇਸ ਚੀਜ਼ ਨੂੰ ਲੈ ਕੇ ਜਿਹੜੇ ਨੇ ਉਹ ਸੁਚੇਤ ਹੁੰਦੇ ਨੇ, ਉਹ ਕਿੰਨੇ ਕੁ ਜ਼ਿਆਦਾ ਜਿਹੜੇ ਆਪਣੇ ਆਗੂਆਂ ਦੀ ਗੱਲ ਸੁਣਦੇ ਨੇ। ਕਿਉਂਕਿ ਪਿੱਛੇ ਜੇ ਜਦੋਂ ਆਗੂ ਵੀ ਉਹਨਾਂ ਨੂੰ ਸਮਝਾਉਣ ਗਏ ਸੀਗੇ ਅਡਾਨੀ ਦੇ ਸਾਈਲੋ ਦੇ ਵਿੱਚ, ਤਾਂ ਉੱਥੇ ਵੀ ਉਹਨਾਂ ਨੇ ਆਪਣੇ ਆਗੂਆਂ ਨੂੰ ਵੀ ਭਜਾਤਾ ਸੀਗਾ ਵੀ ਅਸੀਂ ਤਾਂ ਸਾਨੂੰ ਤਾਂ ਸੌਖਾ ਵਿਕ ਰਿਹਾ ਜੀ, ਸਾਨੂੰ ਇਹ ਮਤਲਬ ਜਿਹੜੇ ਸਬਜ਼ ਬਾਗ ਵਿਖਾਏ ਗਏ ਹੁੰਦੇ ਨੇ ਤਾਂ ਉਹ ਕਿਤੇ ਨਾ ਕਿਤੇ ਜਿਹੜੇ ਨੇ ਉਹ ਉਸ ਵੇਲੇ ਬੰਦੇ ਨੂੰ ਦਿਖ ਰਿਹਾ ਹੁੰਦਾ ਵੀ ਮੈਂ ਤਾਂ ਬੜਾ ਸੌਖਾ ਹੈ, ਉਹਨਾਂ ਨੂੰ ਵੈਸੇ ਹੀ ਕਰੀ ਜਾ ਰਹੇ ਨੇ। ਪਰ ਉਹਦੇ ਜਿਹੜੇ ਦੂਰ ਦੇ ਪਰਿਣਾਮ ਹੁੰਦੇ ਨੇ, ਜਿਹੜੇ ਦੂਰ ਦੇ ਨਤੀਜੇ ਹੁੰਦੇ ਨੇ, ਉਹ ਥੋੜ੍ਹੇ ਜਿਹੇ ਨੁਕਸਾਨਦਾਇਕ ਹੁੰਦੇ ਨੇ। ਤੋ ਜਿਹੜਾ ਡੱਲੇਵਾਲ ਉਹਨਾਂ ਨੇ ਇਹੀ ਚੀਜ਼ ਦੀ ਜਿਹੜੀ ਉਹ ਚਿੰਤਾ ਜ਼ਾਹਰ ਕੀਤੀ ਹੈਗੀ ਹੈ। ਉਹ ਮੈਨੂੰ ਐਂ ਜੇ ਲੱਗਦਾ ਹੁੰਦਾ, ਕਹਿੰਦੇ ਜਿਵੇਂ ਜਿਹੜੇ 700-800 ਕਿਸਾਨ ਜਿਹੜੇ ਸਾਡੇ ਦਿੱਲੀ ਦੀਆਂ ਬਰੂਹਾਂ 'ਤੇ ਸ਼ਹੀਦ ਹੋਏ ਸੀਗੇ, ਉਹਨਾਂ ਦੇ ਘਰੇ ਇੱਕ ਵਾਰੀ 70 ਵਿਛਿਆ ਸੀ ਉਦੋਂ, ਅਤੇ ਦੂਜੇ ਵਾਰੀ ਹੁਣ ਵਿਛ ਗਿਆ ਹੋਣਾ ਜਦੋਂ ਇਹਨਾਂ ਨੇ ਦੇਖਿਆ ਹੋਣਾ ਕਿ ਸਾਡੇ ਘਰ ਦੇ ਤਾਂ ਜੀ ਚਲੇ ਗਏ, ਇਹਨਾਂ ਦੇ ਲਈ ਉੱਥੇ ਸੰਘਰਸ਼ ਕਰਦੇ, ਉੱਥੇ ਠੰਡ 'ਚ ਵੀ ਬੈਠੇ ਰਹੇ, ਪਾਣੀ 'ਚ ਵੀ ਬੈਠੇ ਰਹੇ ਅਤੇ ਧੁੱਪੇ ਵੀ ਬੈਠੇ ਰਹੇ, ਅਤੇ ਮੁੜ ਕੇ ਉਹਨਾਂ ਨੇ ਡਾਂਗਾ ਫੁੱਟੇ ਵੀ ਝੱਲੇ। ਅਤੇ ਜਦੋਂ ਗੱਲ ਆਈ 3,000-5,000 ਦੇ ਰੁਪਏ ਪਿੱਛੇ, ਅਤੇ ਅਸੀਂ ਕਹਿੰਦੇ ਇਹਨਾਂ ਆਪਣੀਆਂ ਜ਼ਮੀਰਾਂ ਇਹਦੇ ਕਰਕੇ ਵੇਚ ਦਿੱਤੀਆਂ। ਸੋ ਉਹਨਾਂ ਦੀ ਆਪਣੀ ਖੈਰ ਪਰਸਨਲ ਰਾਏ ਹੋ ਸਕਦੀ ਆ, ਉਹਨਾਂ ਦੀ ਆਪਣੀ ਪਰਸਨਲ ਡਿਸੀਜ਼ਨ ਹੋ ਸਕਦਾ। ਪਰ ਗੱਲ ਇਹ ਹੈ ਕਿ ਜਦੋਂ ਬਚਣਾ ਸੀਗਾ ਉਦੋਂ ਸਾਰੇ ਕਲੈਕਟਿਵ ਬਚੇ ਆ, ਜਦੋਂ ਹੁਣ ਮਰਨਾ ਉਦੋਂ ਮਰਨਾ ਵੀ ਕਲੈਕਟਿਵ ਹੋਣਾ ਪੈਣਾ। ਤਾਂ ਇਹ ਗੱਲ ਦੇ ਉੱਤੇ ਵੀ ਸਾਡੇ ਕਿਸਾਨ ਵੀਰਾਂ ਨੂੰ ਜਿਹੜਾ ਧਿਆਨ ਦੇਣਾ ਚਾਹੀਦਾ। ਨਾਲ ਹੀ ਨਾਲ ਨਵਜੋਤ ਸਿੰਘ ਸਿੱਧੂ ਉਹਨਾਂ ਦੀ ਗੱਲ ਕਰ ਲੈਂਦੇ ਹਾਂ, ਕਿਉਂਕਿ ਇਹਨਾਂ ਨੇ ਕੱਲ੍ਹ ਕਿਸਾਨਾਂ ਦੇ ਹੱਕ ਦੇ ਵਿੱਚ ਆਵਾਜ਼ ਚੱਕੀ ਹੈ। ਇਹ ਕਹਿੰਦੇ ਜੀ 500 ਰੁਪਏ ਕਹਿੰਦੇ ਪਰ ਕੁਇੰਟਲ ਕਿਸਾਨਾਂ ਨੂੰ ਦਿੱਤਾ ਜਾਵੇ। ਨਾਲ ਹੀ ਨਾਲ ਇਹ ਸੁਨੀਲ ਜਾਖੜ ਉਹਨਾਂ ਨੂੰ ਵੀ ਮਿਲਿਆ ਅੱਖ ਬਚਾ ਕੇ, ਅਤੇ ਉਹਨਾਂ ਨੂੰ ਮਿਲ ਕੇ ਆ ਕੇ ਉਹਨਾਂ ਨਾਲ ਇਹਨਾਂ ਨੇ ਸਹਾਨੁਭੂਤੀ ਜਿਹੜੀ ਹੈ ਦਿੱਤੀ। ਕਿਉਂਕਿ ਸੁਨੀਲ ਜਾਖੜ ਉਹਨਾਂ ਨੂੰ ਪਿੱਛੇ ਜੇ ਕਾਰਨ ਦੱਸੋ ਨੋਟਿਸ ਦਿੱਤਾ ਸੀ, ਕਹਿੰਦੇ ਹਫ਼ਤੇ ਦੇ ਵਿੱਚ ਦੱਸੋ ਤੁਸੀਂ ਵੀ ਕੰਟਰੋਵਰਸੀਆਂ ਜਿਹੜੇ ਤੁਹਾਡੇ ਨਾਲ ਕਿਉਂ ਜੁੜਦੀਆਂ ਜਾ ਰਹੀਆਂ ਨੇ ਨਾਲ ਦੇ ਨਾਲ। ਅਤੇ ਇਹਨਾਂ ਦੇ ਉੱਤੇ ਕਹਿ ਰਹੇ ਨੇ ਕਿ ਹਰੀਸ਼ ਚੌਧਰੀ ਹੋਣੀ ਨੇ ਜਿਹੜੇ ਉਹ ਅਨੁਸ਼ਾਸਨਹੀਣਤਾ ਦਾ ਇਲਜ਼ਾਮ ਵੀ ਬਾਰ-ਬਾਰ ਲਗਾਉਂਦੇ ਆਏ ਨੇ। ਜਾਖੜ ਹੋਣੀ ਵੀ ਜਿਹੜੇ ਉਹ ਕੋਈ ਖਾਸ ਖੁਸ਼ ਨਹੀਂ ਲੱਗ ਰਹੇ ਚੌਧਰੀ ਹੋਣਾ ਤੋਂ, ਅਤੇ ਇਹ ਸਾਰਾ ਜਿਹੜਾ ਰੇੜਕਾ ਹੁਣ ਪੰਜਾਬ ਦੇ ਵਿੱਚ ਵੱਧਦਾ ਜਾ ਰਿਹਾ। ਦੇਖੋ, ਜਿੱਥੇ ਤੱਕ ਪਹਿਲਾਂ ਆਪਾਂ ਗੱਲ ਕਰੀਏ ਵੀ ਜਿਹੜੀ ਕਿਸਾਨਾਂ ਦੀ ਜਿਹੜੀ ਫਸਲ ਦੀ ਗੱਲ ਚੱਲ ਰਹੀ ਹੈ ਵੀ ਉਹਦੇ 'ਚ ਬੋਨਸ ਦੀ ਮੰਗ ਕੀਤੀ ਹੈਗੀ ਹੈ, ਤਾਂ ਉਹਦੇ 'ਚ ਮੈਂ ਦੱਸ ਦਿਆਂ ਕਿ ਵਾਕਈ ਇਸ ਵੇਲੇ ਜਿਹੜੀ ਆ ਪੰਜਾਬ ਸਰਕਾਰ ਜਿਹੜੀ ਆ ਉਹਨਾਂ ਕੇਂਦਰ ਸਰਕਾਰ ਆ ਉਹ ਫਸਲ ਦੇ ਉੱਤੋਂ ਜਿਹੜੀ ਕਣਕ ਜਿਹੜੀ ਆ ਉਹਦੇ ਤੋਂ ਬੈਨੀਫਿਟ ਲੈਣ ਜਾ ਰਹੀ ਹੈ, ਫਾਇਦਾ ਉਹਨਾਂ ਨੂੰ ਮਿਲੇਗਾ ਜਿਹੜੀ ਫਸਲ ਕਿਸਾਨਾਂ ਤੋਂ ਖਰੀਦੀ ਜਾਏਗੀ। ਕਿਉਂਕਿ ਜਿਹੜੀ ਹੁਣ ਜੰਗ ਲੱਗੀ ਹੋਈ ਆ ਉਸ ਦੇ ਹਾਲਾਤ ਦੇ ਵਿੱਚ ਮਿਸਰ ਨੇ ਜਿਹੜੀ ਆ ਹਿੰਦੁਸਤਾਨ ਸਰਕਾਰ ਕੋਲੋਂ 10 ਲੱਖ ਟਨ ਜਿਹੜੀ ਆ ਉਹ ਕਣਕ ਖਰੀਦਣ ਦਾ ਜਿਹੜਾ ਉਹਨਾਂ ਨੂੰ ਕਲੀਅਰੈਂਸ ਦਿੱਤੀ ਹੈਗੀ ਹੈ। ਤਾਂ ਕਿਉਂਕਿ ਮਿਸਰ ਜਿਹੜਾ ਪਹਿਲਾਂ ਉਹ ਵਰਲਡ ਦਾ ਜਿਹੜਾ ਕਾਫੀ ਵੱਡਾ ਜਿਹੜਾ ਉਹ ਵਪਾਰੀ ਹੈ, ਜਿਹੜਾ ਖਰੀਦ ਕਰਦਾ ਹੈਗਾ, ਤਾਂ ਉਹਨੇ ਪਹਿਲਾਂ ਉਹ ਯੂਕਰੇਨ ਤੇ ਉੱਥੋਂ ਲੈਂਦਾ ਸੀਗਾ, ਰਸ਼ੀਆ ਤੋਂ ਲੈ ਰਿਹਾ ਸੀਗਾ। ਪਰ ਹੁਣ ਜਿਹੜਾ ਉਹ ਇਹਨਾਂ ਨੇ ਉੱਥੇ ਹਾਲਾਤ ਨਾ ਠੀਕ ਹੁੰਦੇ ਹੋਏ ਜਿਹੜਾ ਉਹ ਇੱਥੇ ਇਹਨਾਂ ਨੇ ਇੰਡੀਆ ਦੇ ਨਾਲ ਇਹ ਕਲੀਅਰੈਂਸ ਦਿੱਤੀ ਹੈਗੀ ਹੈ। ਤਾਂ ਜੇਕਰ ਇਹ ਮਤਲਬ ਇਸੇ ਤਰ੍ਹਾਂ ਹੋਰ ਕੁਝ ਦੇਸ਼ ਵੀ ਜਿਹੜੇ ਭਾਰਤ ਤੋਂ ਕਣਕ ਖਰੀਦਦੇ ਨੇ, ਅਤੇ ਉਹਦੇ ਨਾਲ ਕਿਸਾਨਾਂ ਨੂੰ ਇੱਕ ਉਮੀਦ ਜਾਗਦੀ ਹੈ ਕਿ ਸਾਡੀ ਕਣਕ ਦੇ ਭਾਅ ਜਿਹੜੇ ਆਉਣ ਵਾਲੇ ਸਮੇਂ ਦੇ ਵਿੱਚ ਉਹ ਸਾਨੂੰ ਵੱਧ ਕੇ ਮਿਲਣਗੇ।
ਤੇ ਇਹੋ ਗੱਲ ਜਿਹੜੀ ਆ ਉਹ ਨਵਜੋਤ ਸਿੰਘ ਸਿੱਧੂ ਹੋਣਾ ਨੇ ਵੀ ਚੱਕੀ ਹੈਗੀ ਹੈ ਕਿ ਜਿਹੜਾ 1500 ਰੁਪਈਆ ਜਿਹੜਾ ਉਹ ਪਰ ਜਿਹੜਾ ਕੁਆਂਟਲ ਦੇ ਮਗਰ ਜਿਹੜਾ ਉਹਨਾਂ ਨੂੰ ਬੈਨੀਫਿਟ ਮਿਲੇਗਾ ਤੇ ਉਹਨਾਂ ਨੂੰ ਜਿਹੜਾ 500 ਰੁਪਈਆ ਜਿਹੜਾ ਦੇਣਾ ਚਾਹੀਦਾ ਹੈਗਾ। ਤੇ ਪਰ ਇਹਦੇ ਬਾਵਜੂਦ ਵੀ ਕੇਂਦਰ ਸਰਕਾਰ ਦੇ ਵੱਲੋਂ ਹਾਲੇ ਤੱਕ ਕੋਈ ਇਸ ਚੀਜ਼ ਦੇ ਵਿੱਚ ਮੀਨ ਮੇਕ ਜਿਹੜਾ ਉਹ ਦਾ ਜਵਾਬ ਨਹੀਂ ਦਿੱਤਾ। ਤਾਂ ਇਹ ਚੀਜ਼ਾਂ ਜਿਹੜੀਆਂ ਨੇ ਆਪਣੇ ਆਪ ਦੇ ਵਿੱਚ ਇਸ ਵੇਲੇ ਚਰਚਾ ਦਾ ਵਿਸ਼ਾ ਬਣੀਆਂ ਹੋਈਆਂ ਨੇ। ਪਰ ਦੂਜੇ ਪਾਸੇ ਜਿਹੜਾ ਤੁਸੀਂ ਨਵਜੋਤ ਸਿੰਘ ਸਿੱਧੂ ਉਹਨਾਂ ਦੀ ਗੱਲ ਕੀਤੀ ਹੈ ਕਿ ਉਹਨਾਂ ਨੇ ਮੀਟਿੰਗਾਂ ਕਰ ਰਹੇ ਨੇ, ਤਾਂ ਹਾਂ ਇਹ ਆਪਣੇ ਆਪ ਦੇ ਵਿੱਚ ਨਵਜੋਤ ਸਿੰਘ ਸਿੱਧੂ ਜਿਹੜੇ ਮੀਟਿੰਗਾਂ ਕਰ ਰਹੇ ਨੇ ਉਹ ਆਪਣੇ ਆਪ ਦੇ ਵਿੱਚ ਇੱਕ ਸਵਾਲਾਂ ਦੇ ਘੇਰੇ 'ਚ ਆ ਕਿ ਪਹਿਲਾਂ ਤਾਂ ਇਹ ਮੰਨਿਆ ਜਾ ਰਿਹਾ ਸੀ ਕਿ ਨਵਜੋਤ ਸਿੰਘ ਸਿੱਧੂ ਜਿਹੜੇ ਨੇ ਉਹ ਪ੍ਰਧਾਨਗੀ ਲਈ ਇਹ ਸਾਰਾ ਕੁਝ ਕਰ ਰਹੇ ਨੇ, ਵੀ ਉਹਨਾਂ ਨੂੰ ਪ੍ਰਧਾਨਗੀ ਤੋਂ ਉਹਨਾਂ ਦਾ ਅਸਤੀਫਾ ਲੈ ਲਿਆ ਤੇ ਉਹਨਾਂ ਨੂੰ ਹੁਣ ਕਿਉਂਕਿ ਪ੍ਰਧਾਨਗੀ ਦੀ ਦੌੜ ਚੱਲ ਰਹੀ ਹੈ ਇਸ ਕਰਕੇ ਉਹ ਇਹ ਸਾਬਤ ਕਰਨਾ ਚਾਹ ਰਹੇ ਨੇ ਵੀ ਮੈਂ ਪੂਰਾ ਸਰਗਰਮ ਹਾਂ ਤੇ ਹੁਣ ਇਹ ਸਾਰੀਆਂ ਚੀਜ਼ਾਂ ਦਾ ਮੈਨੂੰ ਬੈਨੀਫਿਟ ਮਿਲਣਾ ਚਾਹੀਦਾ ਤੇ ਮੈਨੂੰ ਪ੍ਰਧਾਨਗੀ ਵਾਪਸ ਮਿਲ ਜੇ। ਪਰ ਹੁਣ ਜਦੋਂ ਰਾਜਾ ਵੜਿੰਗ ਹੋਣਾ ਨੂੰ ਤੇ ਦੂਜਿਆਂ ਨੂੰ ਨਾਲ LOP ਤੇ ਹੋਰ ਜਿਹੜੇ ਪ੍ਰਤਾਪ ਸਿੰਘ ਬਾਜਵਾ ਤੇ ਸਹਿ ਪ੍ਰਧਾਨ ਅਨਾਉਂਸ ਕਰ ਦਿੱਤੇ ਗਏ ਨੇ, ਤਾਂ ਉਸ ਵੇਲੇ ਜਿਹੜਾ ਉਹ ਇਹ ਚੀਜ਼ਾਂ ਜਿਹੜੀਆਂ ਨੇ ਦੁਬਾਰਾ ਉਹਦੀ ਸਰਗਰਮੀ ਦੇ ਉੱਤੇ ਇਸ ਵੇਲੇ ਸਵਾਲ ਖੜੇ ਕੀਤੇ ਜਾ ਰਹੇ ਨੇ ਨਵਜੋਤ ਸਿੰਘ ਸਿੱਧੂ ਹੋਣਾ ਦੀ ਕਿ ਹੁਣ ਉਹ ਸਰਗਰਮੀ ਜਿਹੜੀ ਦਿਖਾ ਰਹੇ ਨੇ ਹੁਣ ਉਹ ਕਿਸ ਜਿਹੜੇ ਉਹ ਕਾਰਨ ਵਾਸਤੇ ਉਹ ਸਰਗਰਮ ਨੇ। ਕਿਉਂਕਿ ਉਹ ਪਿੱਛੇ ਜੇ ਜਦੋਂ ਉਹ ਗਏ ਸੀਗੇ ਰਾਜਾ ਵੜਿੰਗ ਹੋਣੀ ਉੱਥੇ ਅੰਮ੍ਰਿਤਸਰ ਫੇਰੀ ਲਾਈ ਉਹਨਾਂ ਨੇ, ਤਾਂ ਉਦੋਂ ਨਵਜੋਤ ਸਿੰਘ ਸਿੱਧੂ ਉੱਥੋਂ ਜਿਹੜੇ ਆ ਨਾ ਉਹ ਗਾਇਬ ਰਹੇ ਨੇ। ਉਹ ਜਿਹੜੇ ਉਹ ਲੁਧਿਆਣੇ ਅਮਰੀਕ ਸਿੰਘ ਉਹਨਾਂ ਦੇ ਘਰ ਚਲੇ ਗਏ, ਉਹ ਤੋਂ ਬਾਅਦ ਲਾਲ ਸਿੰਘ ਉਹਨਾਂ ਨੂੰ ਤੇ ਉਹਨਾਂ ਨੂੰ ਮਿਲਣ ਚਲੇ ਗਏ, ਆਪਣਾ ਜਿਹੜੇ ਸੁਨੀਲ ਜਾਖੜ ਉਹਨਾਂ ਨੂੰ ਪੰਚਕੂਲੇ ਤੇ ਚੰਡੀਗੜ੍ਹ। ਤਾਂ ਇਹ ਚੀਜ਼ਾਂ ਜਿਹੜੀਆਂ ਨੇ ਆਪਣੇ ਆਪ 'ਚ ਸਵਾਲਾਂ ਦੇ ਘੇਰੇ ਦੇ ਵਿੱਚ ਆ ਕਿ ਨਵਜੋਤ ਸਿੰਘ ਸਿੱਧੂ ਹੁਣੀ ਆਖਰ ਇਸ ਵੇਲੇ ਕਰਨਾ ਕੀ ਚਾਹ ਰਹੇ ਨੇ। ਦੂਜੇ ਪਾਸੇ ਜਿਹੜਾ ਸੁਨੀਲ ਜਾਖੜ ਹੋਣਾ ਦੇ ਨਾਲ ਉਹ ਸੁਣਨ 'ਚ ਆਇਆ ਕਿ ਸੁਨੀਲ ਜਾਖੜ ਹੋਣਾ ਦੇ ਨਾਲ ਉਹਨਾਂ ਨੇ ਪੂਰਾ ਸਮਰਥਨ ਦਿੱਤਾ ਹੈਗਾ ਕਿ ਸੁਨੀਲ ਜਾਖੜ ਉਹਨਾਂ ਨੇ ਜੋ ਕੁਝ ਵੀ ਪਿਛਲੇ ਸਮੇਂ ਦੇ ਦੌਰਾਨ ਕਿਹਾ ਹੈਗਾ ਤੇ ਜਿਹੜਾ ਉਹਨਾਂ ਨੂੰ ਨੋਟਿਸ ਆਇਆ ਹੈਗਾ ਉਹਦੇ ਵੇਲੇ ਉਹਨਾਂ ਨੇ ਨਾਲ ਜਿਹੜਾ ਉਹਨਾਂ ਨੂੰ ਕਿਹਾ ਵੀ ਸਾਡਾ ਭਰਪੂਰ ਸਾਥ ਹੈ ਤੁਹਾਨੂੰ, ਇਹ ਸੁਣਨ 'ਚ ਆ ਰਿਹਾ ਹੈ। ਤੇ ਨਵਜੋਤ ਸਿੰਘ ਸਿੱਧੂ ਹੋਣਾ ਦੀ ਜਿਹੜਾ ਧੜਾ ਹੈਗਾ ਉਹ ਇਹ ਕਿਹਾ ਜਾ ਰਿਹਾ ਕਿ ਇਹ ਇਸ ਵੇਲੇ ਸਵਾਲ ਕਰ ਰਿਹਾ ਕਿ ਸਿਰਫ ਸੁਨੀਲ ਜਾਖੜ ਨੂੰ ਹੀ ਨਿਸ਼ਾਨਾ ਕਿਉਂ ਬਣਾਇਆ ਗਿਆ। ਸੁਨੀਲ ਜਾਖੜ ਹੋਣਾ ਨੇ ਬਿਆਨ ਦਿੱਤੇ, ਚਲੋ ਇਹ ਗੱਲ ਠੀਕ ਹੈਗੀ ਹੈ, ਪਰ ਇਕੱਲੇ ਸੁਨੀਲ ਜਾਖੜ ਨੂੰ ਹੀ ਜਿਹੜਾ ਨਿਸ਼ਾਨਾ ਕਿਉਂ ਬਣਾਇਆ ਗਿਆ? ਕਿਉਂਕਿ ਉਸ ਵੇਲੇ ਪ੍ਰਨੀਤ ਕੌਰ ਜਿਹੜੇ ਕੈਪਟਨ ਅਮਰਿੰਦਰ ਸਿੰਘ ਦੇ ਧਰਮ ਪਤਨੀ ਨੇ, ਇਸ ਵੇਲੇ MP ਵੀ ਨੇ ਉਹ, ਤੇ ਉਹ ਕਾਂਗਰਸ ਪਾਰਟੀ ਦੇ MP ਨੇ। ਉਹਨਾਂ ਨੇ ਵੀ ਕੈਪਟਨ ਅਮਰਿੰਦਰ ਸਿੰਘ ਦੇ ਹੱਕ ਦੇ ਵਿੱਚ ਜਿਹੜੀ ਸੀਗੀ ਉਹਨਾਂ ਦੀ ਹਾਕੀ ਬੱਲੇ ਜਿਹੜੇ ਚੋਣ ਨਿਸ਼ਾਨ ਦਾ ਪ੍ਰਚਾਰ ਕੀਤਾ ਉਹਨਾਂ ਨੇ ਕੈਪਟਨ ਅਮਰਿੰਦਰ ਸਿੰਘ ਦੇ ਹੱਕ ਦੇ ਵਿੱਚ। ਉਹਨਾਂ ਨੇ ਜਿਹੜੀ ਉਹਨਾਂ ਨੇ ਪਾਰਟੀ ਵੱਖਰੀ ਬਣਾ ਲਈ ਕੈਪਟਨ ਅਮਰਿੰਦਰ ਸਿੰਘ ਉਹਨਾਂ ਨੇ, ਤਾਂ ਉਹਨਾਂ ਨੇ ਉਹਨਾਂ ਦੇ ਹੱਕ ਦੇ ਵਿੱਚ ਪ੍ਰਚਾਰ ਕੀਤਾ ਜਦ ਕਿ ਉਹ ਕਾਂਗਰਸ ਦੇ MP ਸੀਗੇ। ਉਹਨਾਂ ਦੇ ਖਿਲਾਫ ਤਾਂ ਕੋਈ ਕਾਰਵਾਈ ਨਹੀਂ ਕੀਤੀ ਗਈ। ਜੇਕਰ ਆਪਾਂ ਉੱਧਰ ਗੱਲ ਕਰੀਏ ਜਿਹੜੇ ਰਾਣਾ ਗੁਰਜੀਤ ਨੇ, ਤਾਂ ਰਾਣਾ ਗੁਰਜੀਤ ਦੇ ਬੇਟੇ ਨੇ ਵੀ ਜਿਹੜੇ ਉਹ ਹੋਰ ਪਾਰਟੀ ਦੇ ਵਿੱਚੋਂ ਜਿਹੜੀ ਉਹ ਚੋਣ ਲੜੀ ਤੇ ਉਹਨਾਂ ਨੇ ਵੀ ਆਪਣਾ ਜਿਹੜਾ ਉੱਥੇ ਉਹਨਾਂ ਦੇ ਹੱਕ ਦੇ ਵਿੱਚ ਪ੍ਰਚਾਰ ਕੀਤਾ, ਉਹਨਾਂ ਨੇ ਤਾਂ ਕੁਝ ਵੀ ਨਹੀਂ ਕਿਹਾ। ਜਸਵੀਰ ਸਿੰਘ ਡਿੰਪਾ ਉਹਨਾਂ ਦੇ ਜਿਹੜੇ ਬਿਆਨ ਜਿਹੜੇ ਉਹ ਕਾਫੀ ਚਰਚਾ ਦੇ ਵਿੱਚ ਰਹੇ ਨੇ, ਉਹਨਾਂ ਦੇ ਖਿਲਾਫ ਤਾਂ ਕਿਸੇ ਨੇ ਕੋਈ ਕਾਰਵਾਈ ਨਹੀਂ ਕੀਤੀ। ਸਿਰਫ ਸੁਨੀਲ ਜਾਖੜ ਨੂੰ ਹੀ ਜਿਹੜਾ ਨਿਸ਼ਾਨਾ ਕਿਉਂ ਬਣਾਇਆ ਗਿਆ? ਤਾਂ ਇਹ ਵੀ ਆਪਣੇ ਆਪ ਦੇ ਵਿੱਚ ਸਵਾਲ ਤਾਂ ਹੈਗੇ ਨੇ ਵੀ ਪਾਰਟੀ ਦੇ ਵਿੱਚ ਜਿਹੜੀ ਆ ਉਹ ਪੱਖਪਾਤ ਕਿਉਂ ਚੱਲ ਰਿਹਾ, ਸੁਨੀਲ ਜਾਖੜ ਦੇ ਨਾਲ ਨੂੰ ਲੈ ਕੇ ਹੀ ਕਿਉਂ? ਪਰ ਕਿਉਂਕਿ ਸੁਨੀਲ ਜਾਖੜ ਨੂੰ ਲੈ ਕੇ ਕਾਫੀ ਮਸਲਾ ਭਖਿਆ, ਉਹਨਾਂ ਦੇ ਖਿਲਾਫ ਜਿਹੜੇ ਸੀਗੇ ਉਹ ਦਲਿਤ ਭਾਈਚਾਰੇ ਦੇ ਲੋਕ ਜਿਹੜੇ ਸੀ ਉਹ ਕਾਫੀ ਇਕਜੁੱਟ ਹੋ ਕੇ ਉਹਨਾਂ ਨੇ ਕਾਫੀ ਜਗ੍ਹਾ ਤੇ ਮੰਗ ਪੱਤਰ ਵੀ ਦਿੱਤੇ ਨੇ DCਆਂ ਨੂੰ ਤੇ ਹੋਰਾਂ ਨੂੰ। ਤਾਂ ਉਹ ਕਿਤੇ ਨਾ ਕਿਤੇ ਜਿਹੜਾ ਉਹ ਇੱਕ SC ਭਾਈਚਾਰੇ ਦੀ ਵੋਟ ਬੈਂਕ ਜਿਹੜਾ ਉਹਨਾਂ ਨੂੰ ਟੁੱਟ ਨਾ ਜਾਵੇ, ਤੇ ਕਿਉਂਕਿ ਚੰਨੀ ਨੇ ਵੀ ਉਹਨਾਂ ਦੇ ਖਿਲਾਫ ਕੰਪਲੇਂਟ ਕੀਤੀ ਸੀ, ਤਾਂ ਉਹ ਕਿਤੇ ਨਾ ਕਿਤੇ ਮਸਲਾ ਜਿਹੜਾ ਉਹ ਵੱਡਾ ਬਣ ਕੇ ਉੱਭਰ ਰਿਹਾ ਸੀ। ਸ਼ਾਇਦ ਉਹ ਮਤਲਬ ਇੱਕ ਕਹਿ ਸਕਦੇ ਹਾਂ ਵੀ ਉਹ ਇਸ ਕਰਕੇ ਜਿਹੜਾ ਕਿਉਂਕਿ ਆਮ ਪਬਲਿਕ ਵੀ ਉਹਨਾਂ ਦੇ ਖਿਲਾਫ ਹੈ ਤੇ ਉਹ ਪਾਰਟੀ ਆਗੂ ਵੀ ਉਹਨਾਂ ਦੇ ਖਿਲਾਫ ਸੀਗੇ, ਤੇ ਇਹਦੇ ਕਰਕੇ ਜਿਹੜਾ ਕਾਫੀ ਉਹਨਾਂ ਨੂੰ ਨਿਸ਼ਾਨੇ ਤੇ ਲੈ ਲਿਆ ਗਿਆ ਸੀਗਾ। ਪਰ ਇੱਧਰੋਂ ਜੇਕਰ ਡਿੰਪਾ ਦੀ ਗੱਲ ਕਰ ਲਈਏ, ਪ੍ਰਨੀਤ ਕੌਰ ਦੀ ਗੱਲ ਕਰ ਲਈਏ ਤੇ ਰਾਣਾ ਗੁਰਜੀਤ ਦੀ ਗੱਲ ਕਰੀਏ, ਤਾਂ ਇਹ ਸਿਰਫ ਪਾਰਟੀ ਦਾ ਅੰਦਰੂਨੀ ਮਾਮਲਾ ਸੀਗਾ ਇਹਨਾਂ ਦਾ, ਇਸ ਕਰਕੇ ਇਹਨਾਂ ਨੂੰ ਨਹੀਂ ਛੇੜਿਆ ਗਿਆ। ਪਰ ਅਨੁਸ਼ਾਸਨਹੀਨਤਾ ਤਾਂ ਅਨੁਸ਼ਾਸਨਹੀਨਤਾ ਹੀ ਹੈ, ਉਹਦੇ ਵਿੱਚ ਭਾਵੇਂ ਉਹ ਕਿਸੇ ਨੇ ਵੀ ਕੀਤੀ ਹੋਵੇ। ਪਾਰਟੀ ਦੀ ਜਿਹੜੀ ਉਹ ਜਿਹੜੇ ਅਸੰਤੁਸ਼ਟ ਆਗੂ ਨੇ ਉਹ ਇਸ ਚੀਜ਼ ਤੇ ਸਵਾਲ ਕਰ ਰਹੇ ਨੇ ਕਿ ਵੱਖਰੇ ਵੱਖਰੇ ਮਾਪਦੰਡ ਕਿਉਂ ਅਪਣਾਏ ਜਾ ਰਹੇ ਨੇ, ਕਿਉਂ ਨਹੀਂ ਇਹਨਾਂ ਨੂੰ ਜਿਹੜਾ ਇਹ ਕਿਹਾ ਜਾਂਦਾ ਕਿ ਜਿਹੜਾ ਵੀ ਕੋਈ ਅਨੁਸ਼ਾਸਨ ਭੰਗ ਕਰੇਗਾ ਉਹਨਾਂ ਦੇ ਲਈ ਸਾਰਿਆਂ ਦੇ ਲਈ ਇੱਕੋ ਕਾਰਵਾਈ ਹੋਏਗੀ। ਇਹ ਬੜੀ ਅਜੀਬ ਗੱਲ ਹੈ ਕੁਲਵੰਤ ਜੀ ਕਿ ਜਦੋਂ ਵੀ ਗੱਲ ਹੁੰਦੀ ਹੈ ਕਿ ਅਨੁਸ਼ਾਸਨਹੀਨਤਾ, ਕਿਸੇ ਨੂੰ ਕੱਢਣਾ ਹੈ, ਕਿਸੇ ਨੂੰ ਪਾਰਟੀ 'ਚ ਜੁਆਇਨ ਕਰਾਉਣਾ ਹੈ ਜਾਂ ਕਿਸੇ ਬੰਦੇ ਨੂੰ ਕੋਈ ਅਹੁਦਾ ਦੇਣਾ ਹੈ, ਪ੍ਰਧਾਨਗੀ ਦੇਣੀ ਹੈ, ਉਦੋਂ ਉਹ ਸਾਰੇ ਫੈਸਲੇ ਹਾਈ ਕਮਾਂਡ ਕਰਦੀ ਹੈ ਜਿਹੜੀ ਦਿੱਲੀ ਬੈਠੀ ਹੈ। ਤੇ ਜਦੋਂ ਭਗਵੰਤ ਮਾਨ ਹੋਣੀ ਦਿੱਲੀ ਜਾਂਦੇ ਨੇ ਫਿਰ ਕਹਿੰਦੇ ਜੀ ਇਹ ਸਾਰਾ ਰਾਜ ਹੈ ਦਿੱਲੀ ਤੋਂ ਚੱਲਦਾ ਹੈ। ਬਹੁਤ ਸ਼ੁਕਰੀਆ ਜੀ ਤੁਹਾਡਾ ਸ਼ੋਅ ਦੇ ਵਿੱਚ ਜੁੜਨ ਲਈ। ਬਹੁਤ ਧੰਨਵਾਦ ਜੀ।
ਸੋ ਦੋਸਤੋ, ਇਹ ਸੀ ਸਾਡਾ ਅੱਜ ਦਾ ਸ਼ੋਅ ਸਵੇਰ ਦਾ ਚਾਹ ਦਾ ਚਰਚਾ। ਥੋੜ੍ਹੇ ਜਿਹੇ ਲੇਟ ਹੋ ਗਏ ਹਾਂ, ਉਹਦੇ ਲਈ ਮਾਫੀ ਚਾਹਾਂਗੇ। ਕੱਲ ਨੂੰ ਫੇਰ ਮਿਲਦੇ ਹਾਂ ਜੀ ਇਸ ਤੋਂ ਥੋੜ੍ਹੇ ਜਲਦੀ ਟਾਈਮ ਦੇ ਉੱਤੇ। ਤੇ ਤੁਸੀਂ ਜੁੜੇ ਰਹੋ ਸਾਡੇ ਨਾਲ। ਤੁਸੀਂ ਦੇਖ ਰਹੇ ਸੀ ਆਵਾਜ਼ ਪੰਜਾਬ। ਮੈਂ ਜੀ ਬੋਨੀ ਬਿੰਦਰਾ। ਤੇ ਸ਼ੇਅਰ ਕਰ ਦਿਓ, ਲਾਈਕ ਕਰ ਦਿਓ ਵੀਡੀਓ ਨੂੰ, ਅੱਗੇ ਸਬਸਕ੍ਰਾਈਬ ਕਰ ਦਿਓ ਜੀ ਚੈਨਲ ਨੂੰ, ਘੰਟੀ ਵਾਲਾ ਬਟਨ ਦੱਬ ਦਿਓ। ਅੱਗੇ ਤੁਹਾਨੂੰ ਪਤਾ ਹੀ ਹੈ ਕੀ ਕਰਨਾ। ਬਹੁਤ ਧੰਨਵਾਦ।